ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਜਪ ਆਦਿ ਸੱਚ ਜੁਗਾਦ ਸੱਚ ਹੈ ਵੀ ਸੱਚ ਨਾਨਕ ਹੋਸੀ ਵੀ ਸੱਚ ਇਕ ਓੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਜਪ ਆਦਿ ਸੱਚ ਜੁਗਾਦ ਸੱਚ ਹੈ ਵੀ ਸੱਚ ਨਾਨਕ ਹੋਸੀ ਵੀ ਸੱਚ ਇਕ ਓੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਜਪ ਆਦਿ ਸੱਚ ਜੁਗਾਦ ਸੱਚ ਹੈ ਵੀ ਸੱਚ ਨਾਨਕ ਹੋਸੀ ਵੀ ਸੱਚ ਸਤਿਗੁਰ ਹੋਏ ਦਇਆਲ ਤਾ ਸ਼ਰਧਾ ਪੂਰੀਐ ਸਤਿਗੁਰ ਹੋਏ ਦਇਆਲ ਨਾ ਕਬਹੂ ਚੂਰੀਐ ਸਤਿਗੁਰ ਹੋਏ ਦਇਆਲ ਤਾ ਦੁਖ ਨਾ ਜਾਣੀਐ ਸਤਿਗੁਰ ਹੋਏ ਦਇਆਲ ਤਾ ਹਰ ਰੰਗ ਮਾਣੀਐ ਸਤਿਗੁਰ ਹੋਏ ਦਇਆਲ ਤਾਂ ਜਮ ਕਾ ਡਰ ਕੇਹਾ ਸਤਿਗੁਰ ਹੋਏ ਦਇਆਲ ਸਦ ਹੀ ਸੁਖ ਦੇਹਾ ਸੋ ਕਹੁ ਟਲ ਗੁਰ ਸੇਵੀਐ ਅਹਨਸ ਸਹਿਜ ਸੁਭਾਈ ਦਰਸ਼ਨ ਪਰਸੈ ਗੁਰੂ ਕੈ ਜਨਮ ਮਰਨ ਦੁਖ ਜਾਏ ਹੋਵੈ ਸਿਹਤ ਖਸਮ ਦੀ ਨੂਰ ਅਰਸੋਂ ਕੁਰਸੋਂ ਝਟੀਐ ਤੁਧ ਡਿਠੇ ਸੱਚੇ ਪਾਤਸ਼ਾਹ ਮਲ ਜਨਮ ਜਨਮ ਦੀ ਕਟੀਐ ਸੱਜਣ ਸੱਚਾ ਪਾਤਸ਼ਾਹ ਸਿਰ ਸ਼ਾਹਾਂ ਦੇ ਸ਼ਾਹ ਜਿਸ ਪਾਸ ਬੈਠਿਆ ਸੋਹੀਐ ਸਭਨਾਂ ਦਾ ਸਾਹ ਸਤਿਨਾਮ ਵਾਹਿਗੁਰੂ ਜੀ। ਮਹੱਲਾ ਪੰਜਵਾ। ਫਰੀਦਾ ਉਮਰ ਸੁਹਾਵੜੀ ਸੰਗ ਸਵੰਨੜੀ ਦੇ
ਵਿਰਲੇ ਕੇਈ ਪਾਈਅਨ ਜਿਨਾ ਪਿਆਰੇ ਨੇ। ਫਰੀਦਾ ਉਮਰ ਸੁਹਾਵੜੀ ਸੰਗ ਸੁਵੰਦੜੀ ਦੇ। ਵਿਰਲੇ ਕੇਈ ਪਾਈਅਨ ਜਿਨਾ ਪਿਆਰੇ ਨੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੁਗੋ ਜੁਗ ਅਟਲ ਚਵਰ ਛਤਰ ਤਖਤ ਦੇ ਮਾਲਕ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀਆਂ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਆਪ ਮਾਈ ਭਾਈ ਵਡਭਾਗੇ ਹੋ ਜਿਨ੍ਹਾਂ ਨੇ ਸਤਿਗੁਰਾਂ ਜੀ ਦੇ ਦਰਸ਼ਨ ਦਿਦਾਰੇ ਕੀਤੇ ਹਨ। ਕਿਸੇ ਦਾ ਦਿਨ ਹਸਪਤਾਲ ਤੋਂ ਆਰੰਭ ਹੁੰਦਾ ਹੈ, ਕਿਸੇ ਦਾ ਦਿਨ ਕਚਹਿਰੀ ਥਾਣੇ ਕਲੇਸ਼ ਤੋਂ ਆਰੰਭ ਹੁੰਦਾ ਹੈ, ਪਰ ਮਹਾਰਾਜ ਜੀ ਦਾ ਕੋਟਾਨ ਕੋਟ ਸ਼ੁਕਰ ਹੈ ਕਿ ਆਪਣਾ ਦਿਨ ਸਤਿਗੁਰੂ ਦੇ ਦਰਸ਼ਨਾਂ ਤੋਂ ਆਰੰਭ ਹੋਇਆ। ਕਿਉਂਕਿ ਇਹ ਦਿਨ ਕੀਮਤਾ ਕੈਸਾ ਚੜ੍ਹਨਾ ਹੈ, ਕਿਹੋ ਜੀ ਆਵਾਜ਼ ਆਉਣੀ ਹੈ, ਪਰ ਮਹਾਰਾਜ ਕਹਿੰਦੇ ਸਬਦੂ ਵੱਡੇ ਭਾਗ ਗੁਰ ਸਿੱਖਾਂ ਕੇ ਜੋ ਗੁਰ ਚਰਨੀ ਸਿੱਖ ਪੜ੍ਹਤੇ। ਬਾਬਾ ਫਰੀਦ ਸਾਹਿਬ ਜੀ ਦੀ ਪਾਵਨ ਬਾਣੀ ਦੇ ਵਿਚਾਰ ਚੱਲ ਰਹੀ ਹੈ। ਆਓ 2-4 ਮਿੰਟ ਜੁੜ ਕੇ ਮਹਾਰਾਜ ਜੀ ਦੀਆਂ ਖੁਸ਼ੀਆਂ ਪ੍ਰਾਪਤ ਕਰੀਏ ਜੀ। ਵਾਹਿਗੁਰੂ 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 ਵਾਹਿਗੁਰੂ
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਆਖੋ ਸਤਿਨਾਮ। ਸ੍ਰੀ ਵਾਹਿਗੁਰੂ। ਆਓ ਸਾਧ ਸੰਗਤ ਜੀ, ਬਾਬਾ ਫਰੀਦ ਸਾਹਿਬ ਜੀ ਦੇ ਦਰਸ਼ਨ ਹੋ ਰਹੇ ਹਨ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਮਹੱਲਾ ਪੰਜਵਾਂ। ਪੰਜਵੇਂ ਪਾਤਸ਼ਾਹ ਗੁਰੂ ਅਰਜਨ ਦੇਵ ਜੀ ਮਹਾਰਾਜ। ਰੀਤਾ ਉਮਰ ਸੁਹਾਵਣੀ, ਸੰਗ ਸਵੰਗੜੀ ਦੇ। ਬਾਬਾ ਫਰੀਦ ਸਾਹਿਬ ਜੀ, ਉਹਨਾਂ ਦੀ ਉਮਰ ਸੋਹਣੀ ਲੰਘਦੀ ਹੈ। ਗੁਰੂ ਅਰਜਨ ਸਾਹਿਬ ਜੀ ਮੋਢੇ ਤੇ ਹੱਥ ਰੱਖਦੇ ਪਿਆਰ ਦਾ, ਬਾਪੂ ਜੀ ਪਾਤਸ਼ਾਹ ਮਾਰੇ ਕਹਿੰਦੇ ਫਰੀਦਾ ਉਮਰ ਸੁਹਾਵੜੀ, ਉਹਨਾਂ ਦੀ ਉਮਰ ਸੌਖੀ ਲੰਘਦੀ ਹੈ। ਸੰਗ ਸਵੰਨੜੀ ਦੇ, ਉਹਨਾਂ ਦਾ ਸਰੀਰ ਵੀ ਸੋਹਣਾ ਰਹਿੰਦਾ, ਭਾਵ ਰੋਗ ਨਹੀਂ ਲੱਗਦੇ। ਹਾਂਜੀ। ਮਿਲਦੇ ਕੀ ਪਾਈਨ, ਜਿਨ੍ਹਾਂ ਪਿਆਰੇ ਨੇ। ਮਹਾਰਾਜ ਸਾਹਿਬ ਜੀ ਕਹਿੰਦੇ ਕੌਣ ਨੇ ਉਹ ਜਿਨ੍ਹਾਂ ਦੀ ਉਮਰ ਸੌਖੀ ਲੰਘ ਗਈ, ਬਿਮਾਰੀਆਂ ਤੋਂ ਬਚੇ ਰਹੇ, ਜਿਨ੍ਹਾਂ ਪਿਆਰੇ ਨੇ। ਇਹਦਾ ਕਾਰਨ ਇਹ ਹੈ ਕਿ ਜਦੋਂ ਵੀ ਕੋਈ ਸਾਧ ਸੰਗਤ ਜੀ ਬੰਦਗੀ ਕਰਦਾ ਹੈ, ਰੂਹਾਨੀਅਤ ਵੱਲ ਨੂੰ ਵੱਧਦਾ ਹੈ, ਤੇ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਹੁਣ ਸਾਡੀ ਉਮਰ ਵੀ ਥੋੜ੍ਹੀ ਅੱਜ। ਕਾਰਨ ਉਹਦਾ ਕੀ ਹੈ ਵੀ ਆਪਾਂ ਚਿੰਤਾ ਝੋਰੇ ਮਾੜੇ ਪਾਸੇ ਨੂੰ ਜ਼ਿਆਦਾ ਜਾ ਰਹੇ। ਕੋਈ ਅੰਮ੍ਰਿਤ ਵੇਲੇ ਉੱਠਦਾ ਨਹੀਂ, ਬਾਣੀ ਨਹੀਂ ਪੜ੍ਹਦਾ, ਸਿਮਰਨ ਨਹੀਂ ਕਰਦਾ, ਸੇਵਾ ਛੱਡੀ ਜਾਂਦੇ ਆ। ਜਿਹੜੀ 100 ਸਾਲ ਉਮਰ ਸੀ 70 ਤੇ ਆ ਗਈ, ਹੁਣ 60-70 ਤੇ ਬੰਦੇ ਦੀ ਡੈਥ ਹੋਈ ਜਾਂਦੀ। ਤੇ ਜਿਹੜੀ ਸਵੰਨੜੀ ਦੇ ਹੀ, ਭਾਵ ਸਾਡੇ ਬਜ਼ੁਰਗ ਦੱਸਦੇ ਸੀ ਵੀ ਕਦੇ ਸਿਰ ਦਰਦ ਦੀ ਗੋਲੀ ਨਹੀਂ ਸੀ ਖਾਂਦੇ, ਤੇ ਅੱਜ ਜਿਹੜਾ ਜੰਮਦਾ ਬੱਚਾ ਉਹਨੂੰ ਸ਼ੂਗਰ ਹੈ, ਕੈਂਸਰ, ਟੀਵੀ ਹੈ, ਉਹ ਤਾਂ ਰੋਗਾਂ ਨਾਲ ਪੀੜਿਆ ਪਿਆ। ਉਹਦਾ ਕਾਰਨ ਕੀ ਹੈ? ਬੇਮੁਖ ਹੋਏ ਰਾਮ ਤੇ। ਲਗਨ ਜਨਮ ਵਿਜੋਗ। ਗੁਸਤਾਖੀ ਮਾਫ ਕਰ ਦਿਓ। ਪੁਰਾਤਨ ਸਮੇਂ 'ਚ ਜਦੋਂ ਬੱਚਾ ਹੋਣ ਵਾਲਾ ਸੀ, ਮਾਂ ਨਿਤਨੇਮ ਕਰਦੀ ਸੀ, ਬਾਣੀ ਸੁਣਦੀ ਸੀ, ਭਾਂਡੇ ਮਾਂਜਦੀ ਸੀ, ਲੋਹ ਤੇ ਪ੍ਰਸ਼ਾਦੇ ਲਾਉਂਦੀ ਸੀ, ਉਹ ਬੱਚੇ ਤੇ ਅਸਰ ਪੈਂਦਾ ਸੀ। ਤੇ ਹੁਣ ਕੋਈ ਵੀ ਇਸ ਪਾਸੇ ਨਹੀਂ ਆਉਂਦਾ, ਹੁਣ ਤਾਂ ਕਲਯੁਗ ਹੈ, ਪ੍ਰਭਾਵ ਹੈ। ਸਾਰੇ ਇਸ ਮਾੜੀ ਰੀਤੀ ਵਾਲੇ ਪਾਸੇ ਤੁਰੇ ਜਾ ਰਹੇ ਨੇ। ਤਾਂ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਹੁਣ ਉਮਰਾਂ ਵੀ ਗਈਆਂ ਤੇ ਤੰਦਰੁਸਤੀ ਵੀ ਗਈ, ਹੁਣ ਨਹੀਂ ਲੱਭਣੀਆਂ ਉਮਰਾਂ। ਅੱਗੇ ਤੇ ਹਾਸੇ ਦੀ ਗੱਲ ਵੀ ਆਉਂਦੀ ਹੈ ਕਿ ਪਹਿਲਾਂ ਬਚਪਨਾ, ਜਵਾਨੀ, ਬੁਢੇਪਾ ਸੀ, ਹੁਣ ਕੀ ਹੈ? 3 ਸਾਲਾਂ ਦਾ ਬੱਚਾ ਸਕੂਲ 'ਚ ਪਾ ਦਿੰਦੇ, ਸਵੇਰੇ 6 ਵਜੇ ਬੱਸ 'ਚ ਪਾ ਦਿੰਦੇ ਉਹਨੂੰ, 3 ਵਜੇ ਆਉਂਦਾ, ਫਿਰ ਟਿਊਸ਼ਨ ਤੋਰ ਦਿੰਦੇ ਹੈ। ਬਚਪਨਾ ਖਾ ਗਈ ਪੜ੍ਹਾਈ, ਜਵਾਨੀ ਖਾ ਜਾਣੀ ਗੋਰਿਆਂ ਨੇ ਕੰਮ ਕਰਾ ਕਰਾ ਕੇ, ਤੇ ਬੁਢੇਪੇ ਨੂੰ ਬਿਮਾਰੀ ਨੇ ਖਾ ਜਾਣਾ। 90-100 ਸਾਲ ਦੀ ਉਮਰ ਘਟ ਕੇ 70 ਹੋ ਗਈ ਹੈ। 25 ਪੜ੍ਹਦਿਆਂ ਲੰਘ ਗਈ, 25 ਵਿਆਹ ਵੀ ਕਰਾਉਂਦੇ ਆ, 50 ਦੇ ਹੋ ਗਏ, 2 ਬੱਚੇ ਹੋ ਗਏ, ਤੇ ਅਜੇ ਬੱਚੇ ਵਿਚਾਰੇ 5-7 ਸਾਲਾਂ ਦੇ, ਤੇ ਬੰਦਾ ਮਰ ਵੀ ਗਿਆ। ਇਹ ਮਹਾਰਾਜ ਦੀ ਬਾਣੀ ਕਿਆ ਪਿਆਰ ਹੈ। ਹੁਣ ਆਮ ਹੀ ਭੋਗ ਤੇ ਜਾਈਦਾ, ਬੱਚੇ ਕਿੰਨੇ ਜੀ? 7 ਸਾਲਾਂ ਦਾ, 9 ਦਾ, ਤੇ ਭੋਗ ਵੀ ਪੈ ਗਿਆ। ਤੋ ਇਸ ਕਰਕੇ ਬਾਬਾ ਫਰੀਦ ਸਾਹਿਬ ਜੀ ਕਹਿੰਦੇ ਭਾਈ ਜੇ ਤੇ ਉਮਰ ਸੋਹਣੀ ਲੰਘਾਉਣੀ, ਸਰੀਰ ਤੰਦਰੁਸਤ ਰੱਖਣਾ, ਤੇ ਆਪਣੇ ਸਾਈਂ ਨੂੰ ਪਿਆਰ ਕਰ। ਹੁਣ ਜਿਵੇਂ ਜਿਵੇਂ ਸਾਡੇ ਬਜ਼ੁਰਗ ਪਹਿਲੇ ਗੁਰੂ ਨੂੰ, ਮਹਾਂਪੁਰਖਾਂ ਨੂੰ, ਸੰਤਾਂ ਸਾਧੂਆਂ ਨੂੰ ਪਿਆਰ ਕਰਦੇ ਸੀ, ਸੇਵਾ ਸਿਮਰਨ ਕਰਦੇ ਸੀ, ਮਾੜੇ ਪਾਸੇ ਧਿਆਨ ਨਹੀਂ ਸੀ, ਤੇ ਤੰਦਰੁਸਤੀ ਸੀ। ਬੱਚੇ ਨੂੰ 5 ਸਾਲ ਦੀ ਨੂੰ ਸਕੂਲ ਪਾਈਦਾ ਸੀ, ਕਹਿਣਾ ਕੋਈ ਨਹੀਂ, ਕਿਹੜਾ ਪੜ੍ਹ ਕੇ ਜੱਜ ਲੱਗਣਾ, ਆਖੋ ਸਤਿਨਾਮ। ਤੇ ਅੱਜ ਮਾਫ ਕਰਿਓ, ਆਪਾਂ ਵੀ ਤਾਂ ਰੋਟੀ ਖਾਂਦੇ ਹੀ ਆ, ਫਿਰ ਕੀ ਹੈ? ਸੋਹਣਾ ਸਰੀਰ ਹੈ, ਕੱਪੜੇ ਵਧੀਆ। ਹੁਣ ਤਾਂ ਇੱਕੋ ਹੀ ਚੀਜ਼ ਹੈ, ਪੈਸਾ ਪੈਸਾ। ਬੱਚਾ ਜੰਮਦਾ ਮਗਰੋਂ ਤੇ ਉਹਨੂੰ ਪਹਿਲੋਂ ਸਕੂਲੇ ਪਾ ਦਿੰਦੇ, ਆਖੋ ਸਤਿਨਾਮ। ਮਾਫ ਕਰ ਦਿਓ, ਕੋਈ ਖੇਡਦਾ ਦੀਦਾ ਬੱਚਾ? ਅੱਗੇ ਗਲੀਆਂ ਭਰੀਆਂ ਹੁੰਦੀਆਂ ਸੀ, ਕੁਛ ਨਹੀਂ ਨਜ਼ਰ ਆਉਂਦਾ।
ਬਸ ਵਿਚਾਰਾ 5 ਕਿਲੋ ਬੱਚੇ ਦਾ ਵਜਨ ਹੈ, 9 ਕਿਲੋ ਦਾ ਬੈਗ ਮਗਰ ਪਾਇਆ, ਪਸਲੀਆਂ ਉਹਦੀਆਂ ਵਿਚਾਰੇ ਦੀਆਂ ਦਿਸਣ ਦੀਆਂ ਹੈ। ਜਿਹੜੀ ਐਨਕ 50 ਸਾਲ 'ਚ ਲੱਗਣੀ 5 ਸਾਲਾਂ ਦੇ ਬੱਚੇ ਨੂੰ ਲੱਗੀ ਹੈ। ਜਿਹੜਾ ਮਾਈਗ੍ਰੇਨ 90 ਸਾਲਾਂ ਦੇ ਬਾਪੂ ਨੂੰ ਹੁੰਦਾ ਸੀ, 7 ਸਾਲਾਂ ਦੇ ਬੱਚੇ ਦਵਾਈ ਖਾ ਰਿਹਾ ਮਾਈਗ੍ਰੇਨ ਦੀ। ਤੇ ਇੱਥੋਂ ਹਿਸਾਬ ਲਾਓ, ਇਹ ਬਾਬਾ ਫਰੀਦ ਸਾਹਿਬ ਕਹਿੰਦੇ ਕੀ ਭਵਿੱਖ ਸਾਡਾ, ਕੋਈ ਆਉਣ ਵਾਲਾ ਭਵਿੱਖ ਦੀਦਾ? ਬਸ ਸਾਰੇ ਮਾਇਆ ਹੀ ਮਾਇਆ ਕਰੀ ਜਾਂਦੇ, ਛੇਤੀ ਪੜ੍ਹਾ ਦਿਓ, ਬਾਹਰ ਭੇਜ ਦਿਓ, ਉੱਥੇ ਪਤਾ ਨਹੀਂ ਕੀ ਰੱਖਦਾ। ਤੋ ਬਾਬਾ ਫਰੀਦ ਸਾਹਿਬ ਜੀ ਕਹਿੰਦੇ ਉਹ 4 ਦਿਨਾਂ ਦੀ ਤੇਰੀ ਜ਼ਿੰਦਗੀ ਹੈ। ਪਹਿਲੇ ਸ਼ਲੋਕ 'ਚ ਕਹਿੰਦੇ ਸੀ, ਮੈਂ ਜਾਣਿਆ ਦੁੱਖ ਮੁਝ ਕੂ, ਦੁੱਖ ਸਵਾਇਐ ਜਗ, ਉੱਚੈ ਚੜ੍ਹ ਕੇ ਦੇਖਿਆ ਤਾਂ ਕਰ ਕਰ ਇਹਾ। ਬਾਬਾ ਫਰੀਦ ਸਾਹਿਬ ਕਹਿੰਦੇ ਮੈਂ ਸੋਚਿਆ ਮੈਂ ਇਕੱਲਾ ਹੀ ਦੁਖੀ, ਪਰ ਹੁਣ ਪਤਾ ਲੱਗਾ ਵੀ ਘਰ ਘਰ ਹੀ ਇਹੋ ਹਾਲ। ਆਖੋ ਸਤਿਨਾਮ। ਤਾਂ ਕਰਕੇ ਫਿਰ ਗੁਰੂ ਅਰਜਨ ਸਾਹਿਬ ਮਹੱਲਾ 5ਵਾਂ ਬਖਸ਼ਿਸ਼ ਕਰਕੇ ਕਹਿੰਦੇ, ਫਰੀਦਾ ਸਾਰੀ ਦੁਨੀਆ ਹੀ ਦੁਖੀ ਹੈ, ਹਰ ਬੰਦੇ ਦੇ ਅੰਦਰੋਂ ਚੀਕ ਪੈ ਰਹੀ ਹੈ, ਪਰ ਕਹਿੰਦੇ ਵਿਰਲੇ ਕਈ ਪਾਈਨ। ਵਿਰਲੇ ਵਿਰਲੇ ਹੈਗੇ ਤੁਹਾਡੇ ਵਰਗੇ, ਜਿੱਦਾਂ ਭੈਣਾਂ ਬੈਠੀਆਂ ਆ ਕੇ ਤੁਸੀਂ ਬੈਠੇ ਹੋ, ਭਾਗਾਂ ਵਾਲੇ ਸੰਗਤ ਵਿੱਚ ਆਉਂਦਾ, ਦੂਜਾ ਨਹੀਂ ਆ ਸਕਦਾ। ਆਖੋ ਸਤਿਨਾਮ। ਅੱਜ ਦੁਨੀਆ ਟੋਟਲ ਵਿਹਲੀ ਆ। ਪਹਿਲੇ ਆਪਣੇ ਬਜ਼ੁਰਗ ਹੀ ਹੱਥੀਂ ਕੰਮ ਕਰਦੇ ਸੀ, ਹੁਣ ਸਾਰਾ ਕੁਝ ਤੇ ਮਸ਼ੀਨਾਂ ਨਾ ਹੁੰਦੇ ਆ। ਦੁੱਧ ਮਸ਼ੀਨ ਰਿੜਕ ਦਿੰਦੀ, ਕੱਪੜੇ ਮਸ਼ੀਨ ਧੋ ਦਿੰਦੀ ਹੈ, ਆਟਾ ਗੁੰਨਣ ਵਾਲੀਆਂ ਮਸ਼ੀਨਾਂ ਵੀ ਆ ਗਈਆਂ, ਚਾਹ ਵਾਲੀਆਂ ਵੀ। ਕੰਮ ਤਾਂ ਘਟ ਗਏ, ਫਿਰ ਬੀਜੀ ਕਿੱਥੇ ਹੋ ਗਿਆ? ਆਪਾਂ ਮੋਬਾਇਲ 'ਚ। ਉਹ ਇੰਨਾ ਕੰਮ ਕਰਕੇ ਵੀ ਗੁਰੂ ਘਰ ਆਉਂਦੇ ਸੀ, ਬਾਣੀ ਸੁਣਦੇ ਸੀ। ਅੱਜ ਸਾਰੇ ਵਿਹਲੇ, ਬਸ ਮੋਬਾਇਲ 'ਚੋਂ ਨਹੀਂ ਨਿਕਲਦਾ, ਟੀਵੀ ਵੇਖੀ ਜਾਂਦੇ ਆ। ਤੋ ਬਾਬਾ ਫਰੀਦ ਸਾਹਿਬ ਸਾਈਂ ਗੁਰੂ ਅਰਜਨ ਸਾਹਿਬ ਮਹਾਰਾਜ ਕਹਿੰਦੇ, ਫਰੀਦ ਜੀ ਜਿਨ੍ਹਾਂ ਨੇ ਆਪਣੇ ਪਿਆਰੇ ਨਾਲ ਪਿਆਰ ਪਾਲਿਆ, ਉਹਨਾਂ ਦੀ ਉਮਰ ਵੀ ਸੌਖੀ ਬਤੀਤ ਹੋ ਗਈ ਸੰਗ ਸਵੰਨੜੀ ਦੇ, ਤੇ ਉਹਨਾਂ ਦੀ ਦੇਹੀ ਨੂੰ ਰੋਗ ਵੀ ਬਹੁਤ ਘੱਟ ਲੱਗਦੇ। ਔਰ ਉਹਦਾ ਕਾਰਨ ਬਾਣੀ ਕਹਿੰਦੀ ਸਭ ਤੋਂ ਵੱਧ ਬਿਮਾਰੀ ਬੰਦੇ ਨੂੰ ਲਾਉਂਦਾ ਕਾਮ ਤੇ ਕ੍ਰੋਧ। ਜਿਹਨੂੰ ਮਾਰੇ ਕਹਿੰਦੇ ਕਾਮ ਕ੍ਰੋਧ ਕਾਇਆ ਕੋ ਜਿਉਂ ਕੰਚਨ ਸੁਹਾਗਾ। ਸੁਹਾਗਾ ਹੁੰਦਾ ਸੁਨਿਆਰੇ ਕੋਲੇ, ਉਹ ਜਦੋਂ ਸੋਨਾ ਘੜਦਾ ਹੈ ਨਾ, ਉਹਦੇ ਵਿੱਚ ਪਾਉਂਦਾ ਉਹ, ਤੇ ਪਾਣੀ ਵਰਗੂ ਪਤਲਾ ਕਰ ਦਿੰਦਾ ਸੋਨੇ ਨੂੰ। ਇਸ ਤਰ੍ਹਾਂ ਮਾਰੇ ਕਹਿੰਦੇ ਜਿਹੜਾ ਕ੍ਰੋਧ ਤੇ ਕਾਮ ਹੈ, ਬੰਦੇ ਨੂੰ ਖਤਮ ਕਰਕੇ ਰੱਖ ਦਿੰਦਾ। ਹੁਣ ਤਾਈਓ ਨਹੀਂ ਚੌਂਕੜਾ ਵੱਜਦਾ, ਕਿਸੇ ਦੇ ਚਿਹਰੇ ਤੇ ਲੋੜ ਨਹੀਂ ਦੀਦੀ, ਕਿਉਂਕਿ ਅਸੀਂ ਪੁੱਠੇ ਪਾਸੇ ਪੈ ਗਏ। ਮੈਂ ਕਈ ਵਾਰੀ ਵਚਨ ਕਰਦਾ, ਜਿਹੜੇ ਬਜ਼ੁਰਗ ਉਹਨਾਂ ਦੇ ਸਗੋਂ ਚਿਹਰਿਆਂ ਦੇ ਉੱਤੇ ਰੌਣਕ ਹੈ, ਆਉਣ ਵਾਲੀ ਬੱਚਿਆਂ ਦੇ ਚਿਹਰੇ ਤੇ ਰੌਣਕ ਨਹੀਂ ਦੀਦੀ, ਕੋਈ ਲਾਲੀ ਨੂਰ ਨਹੀਂ ਹੈਗਾ। ਕਿਉਂ? ਕਿਉਂਕਿ ਇਹ ਵਿਸ਼ਿਆਂ ਵਿਕਾਰਾਂ ਦੇ ਵਿੱਚ ਫਸ ਚੱਲੇ ਆ। ਜਿਹੜਾ ਮੋਬਾਇਲ ਹੈ, ਤੁਸੀਂ ਸਿਆਣੇ ਲੈ ਕੇ ਬਹਿ ਗਿਆ ਇਹ ਤਾਂ। ਇਸ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਕਿਰਪਾ ਕਰੇ, 15 ਮਿੰਟ ਲੱਗਦੇ ਆ ਜੀ ਜਪਜੀ ਸਾਹਿਬ ਪੜ੍ਹਨ ਨੂੰ, ਪਰ 15 ਮਿੰਟ ਜਪਜੀ ਸਾਹਿਬ ਨਹੀਂ ਪੜ੍ਹਦਾ, 15 ਘੰਟੇ ਮੋਬਾਇਲ ਚਲਾਈ ਜਾਂਦਾ, ਫੇਸਬੁੱਕ, ਵਟਸਐਪ, ਕਲੇਸ਼ ਬੁੱਕ। ਤੋ ਇਸ ਕਰਕੇ ਬਾਬਾ ਫਰੀਦ ਸਾਹਿਬ ਜੀ ਬਹੁਤ ਵੱਡੀਆਂ ਬਖਸ਼ਿਸ਼ਾਂ ਵੰਡ ਰਹੇ। ਕਹਿੰਦੇ ਭਾਈ ਜੇ ਤੇਰੀ ਉਮਰ ਤੇ ਦੇਹੀ ਸੁਰੱਖੀ ਰੱਖਣੀ ਹੈ, ਤੇ ਪਿਆਰ ਕਰ ਸਾਈਂ ਨੂੰ। ਵਿਕਾਰਾਂ ਤੋਂ, ਪਾਪਾਂ ਤੋਂ, ਨਿੰਦਿਆ ਤੋਂ, ਮਾੜੇ ਪਾਸਿਓਂ ਆਪਣੇ ਆਪ ਨੂੰ ਰੋਕਣਾ ਕਰ। ਇਹਦੇ 2 ਅਰਥ ਕੀਤੇ ਵਿਦਵਾਨਾਂ ਨੇ। ਸਾਖੀਕਾਰ ਲਿਖਦਾ ਹੈ ਕਿ ਬਾਬਾ ਫਰੀਦ ਸਾਹਿਬ ਜੀ ਬੇਨਤੀ ਕਰਦੇ ਵਿਕਾਰਾਂ ਰੂਪੀ ਦਰਿਆ ਨੂੰ, ਕਹਿੰਦੇ ਵੀ ਤੈਨੂੰ ਹੱਥ ਜੋੜ ਕੇ ਬੇਨਤੀ ਹੈ, ਕੰਧੀ ਵਹਿਣ ਨਾ ਢਾਏ, ਕਾਤੋਂ ਮੈਨੂੰ ਲੈ ਕੇ ਬਈ ਜਾਣਾ। ਆਖੋ ਸਤਿਨਾਮ। ਹੇ ਕਾਮ, ਹੇ ਕ੍ਰੋਧ, ਲੋਭ, ਮੋਹ, ਹੰਕਾਰ, ਕਾਤੋਂ ਮੇਰਾ ਖਹਿੜਾ ਨਹੀਂ ਛੱਡਦਾ। ਮੈਂ ਪਾਠ ਵੀ ਕਰਦਾ, ਤੂੰ ਤਾਂ ਵੀ ਮੇਰੇ ਵਿੱਚ ਆ ਜਾਣਾ। ਮੈਂ ਗੁਰਦੁਆਰੇ ਆ ਕੇ ਬਹਿਨਾ, ਤੂੰ ਤਾਂ ਵੀ ਮੈਨੂੰ ਸਤਾਉਣਾ ਏ। ਕਹੋ ਪੀ ਲੇਖਾ ਦੇਵਣਾ, ਕਹਿੰਦੇ ਤੈਨੂੰ ਲੇਖਾ ਦੇਣਾ ਪਵੇਗਾ। ਤੇ ਅੱਗੋਂ ਵਿਕਾਰਾਂ ਰੂਪੀ ਦਰਿਆ ਕਹਿਣ ਲੱਗਾ, ਮੈਂ ਵੀ ਆਪਣੇ ਆਪ ਨਹੀਂ ਤੁਰਿਆ ਫਿਰਦਾ, ਮੈਨੂੰ ਵੀ ਕਿਸੇ ਨੇ ਛੱਡਿਆ। ਆਖੋ ਸਤਿਨਾਮ। ਜਿੱਦਾਂ ਕਹਿੰਦੇ ਨਾ ਕਿਸੇ ਦਾ ਕੀਤਾ ਕਰਾਇਆ ਹੀ ਹੈ। ਉਹ ਕਹਿਣ ਦਾ ਭਾਵ ਇਹ ਜਿਹੜੇ ਵਿਕਾਰ ਆ ਨਾ, ਇਹ ਵੀ ਹੈਗੇ ਤੇ ਉਹਦੇ ਹੀ ਆ, ਬਣਾਏ ਤੇ ਉਹਨੇ ਹੀ ਆ, ਸਾਰੀ ਖਲਕਤ ਉਹਨੇ ਬਣਾਈ ਹੈ।
ਉਹੋ ਹੀ ਮਗਰ ਲਾਉਣ ਵਾਲਾ ਤੇ ਉਹੋ ਹੀ ਹਟਾਉਣ ਵਾਲਾ। ਆਖੋ ਸਤਿਨਾਮ। ਵਾਹਿਗੁਰੂ ਤਾਂ ਹੀ ਮਹਾਰਾਜ ਕਹਿੰਦੇ ਮਨ ਬਸ ਆਵੇ ਨਾਨਕਾ, ਜੇ ਪੂਰਨ ਕਿਰਪਾ ਹੋਏ। ਤੋ ਇਸ ਕਰਕੇ ਕਰਥੇ ਵੀ ਸੀ। ਮੁਲਤਾਨ ਦੇ ਵਿੱਚ ਹੜ੍ਹ ਆਇਆ, ਉੱਥੇ ਸਾਰੇ ਘਰ ਡੁੱਬ ਗਏ, ਪਸ਼ੂ ਰੁੜ ਗਏ, ਬਿਸਤਰੇ ਰੁੜ ਗਏ, ਆਟਾ ਦਾਣਾ ਰੁੜ ਗਿਆ। ਜਿੱਦਾਂ ਹੁਣ ਮੀਂਹ ਪਿਆ ਤੇ ਫਸਲਾਂ ਦਾ ਨੁਕਸਾਨ ਤੇ ਸੂਰਜ ਨਹੀਂ ਚੜ੍ਹਨ ਦਿਆ, ਤੇ ਸਾਰੇ ਹੀ ਕਹਿੰਦੇ ਸੂਰਜ ਚੜ੍ਹ ਜੇ, ਰੱਬਾ ਦਿਨ ਲਾ ਦੇ। ਜਦੋਂ ਇਦਾਂ ਹੁੰਦਾ ਉਦੋਂ ਰੱਬ ਦਾ ਚੇਤਾ ਆ ਜਾਂਦਾ ਆਪਾਂ ਨੂੰ। ਆਖੋ ਸਤਿਨਾਮ। ਹੁਣ ਕਈਆਂ ਦੇ ਮੂੰਹ ਸੁਣਿਆ, ਬਾਬਾ ਜੀ ਕਰੋ ਬੇਨਤੀ, ਮਹਾਰਾਜ ਕਰੇ ਦਿਨ ਲੱਗਣ। ਮੈਂ ਕਿਹਾ ਕਿਹੜਾ ਮਹਾਰਾਜ, ਕਿਹੜੀ ਬੇਨਤੀ? ਤੁਸੀਂ ਤਾਂ ਕਹਿੰਦੇ ਤੁਸੀਂ ਸੌਣ ਨਹੀਂ ਦਿੰਦੇ, ਤੜਕੇ ਪਾਠ ਸ਼ੁਰੂ ਕਰ ਲੈਂਦੇ, ਕਥਾ ਸ਼ੁਰੂ ਕਰ ਲੈਂਦੇ। ਹੁਣ ਚੇਤਾ ਆਇਆ ਕਿ ਨਹੀਂ ਉਹਦਾ? ਉਹ ਜਦੋਂ ਗਿੱਚੀ ਤੋਂ ਫਕੜਦਾ ਹੈ ਨਾ, ਸਾਹ ਘੁੱਟਦਾ, ਫਿਰ ਆਪਾਂ ਸਾਰਿਆਂ ਨੂੰ ਚੇਤਾ ਆ ਜਾਂਦਾ ਵੀ ਰੱਬ ਵੀ ਹੈਗਾ। ਫਿਰ ਹਰ ਕੋਈ ਕਹੂ ਚੌਂਕ ਦੇ ਵਿੱਚ, ਗਲੀ ਮਹੱਲੇ 'ਚ, ਬਾਬਾ ਜੀ ਕਰੋ ਬੇਨਤੀ, ਮਹਾਰਾਜ ਦਿਨ ਲਾਉਣ, ਕੋਈ ਕੰਮ ਕਾਰ ਚੱਲੇ। ਮੈਂ ਕਿਹਾ ਕਿਹੜੇ ਮਹਾਰਾਜ? ਮਹਾਰਾਜ ਤਾਂ ਕੋਈ ਹੈਗਾ ਹੀ ਨਹੀਂ। ਆਖੋ ਸਤਿਨਾਮ। ਵੀ ਤੁਸੀਂ ਕਹਿੰਦੇ ਸੀ ਨਾ ਵੀ ਜਦੋਂ ਕਿਤੇ ਭੋਗ ਤੇ ਕੀਰਤਨ ਕਥਾ ਹੁੰਦਾ ਤੇ ਜਿਹੜਾ ਬੈਠਾ ਉਹਨੂੰ ਕਹਿਣਗੇ ਆ ਜਾ ਆ ਜਾ, ਬਾਹਰ ਕੁਰਸੀ ਤੇ ਬੈਠੇ ਬਾਬੇ ਤੇ ਲੱਗੇ ਰਹਿੰਦੇ। ਅਸੀਂ ਰੱਬ ਨੂੰ ਮਜ਼ਾਕ ਕਰਦੇ ਹਾਂ, ਸਾਈਂ ਨੂੰ ਸਮਝਦੇ ਨਹੀਂ। ਤੇ ਬਾਬਾ ਫਰੀਦ ਸਾਹਿਬ ਜੀ ਦਰਵੇਸ਼ ਨੇ, ਉਹਨਾਂ ਦੇ ਹੁਜਰੇ ਦੇ ਵਿੱਚ ਸੰਗਤ ਆਈ ਤੇ ਕਹਿਣ ਲੱਗੇ, ਸਾਈਂ ਤੂੰ ਵੀ ਰੱਬ ਦਾ ਫਕੀਰ ਹੈ ਤੇ ਅਰਦਾਸ ਬੇਨਤੀ ਕਰਦੇ। ਇਹ ਪਾਣੀ ਜਿਹੜਾ ਇਹਨੇ ਬਹੁਤ ਮਾਰ ਕੀਤੀ, ਨੁਕਸਾਨ ਕਰਤਾ ਹੈ, ਆ ਜਾ ਸਾਡੇ ਨਾਲ ਤੇ ਬੇਨਤੀ ਕਰ। ਬਾਬਾ ਫਰੀਦ ਸਾਹਿਬ ਜੀ ਕਹਿੰਦੇ ਵੀ ਮੈਂ ਕੌਣ ਹੈ, ਚਲੋ ਜੇ ਸੰਗਤ ਕਹਿੰਦੀ ਹੈ ਤੇ ਮੈਂ ਚੱਲ ਜਾਣਾ ਹੈ। ਤੋ ਬਾਬਾ ਫਰੀਦ ਸਾਹਿਬ ਜੀ ਨਾਲੇ ਦਰਿਆ ਵੱਲ ਨੂੰ ਤੁਰੇ ਜਾਂਦੇ, ਨਾਲੇ ਪੜ੍ਹਦੇ ਜਾਂਦੇ, ਫਰੀਦਾ ਕਾਲੇ ਮੈਂਡੇ ਕੱਪੜੇ, ਕਾਲਾ ਮਹਿੰਦਾ ਵੇਸ਼, ਗੁਣਾ ਹੀ ਭਰਿਆ ਮੈਂ ਫਿਰਾਂ। ਦਰਵੇਸ਼ ਬਾਬਾ ਫਰੀਦ ਸਾਹਿਬ ਕਹਿੰਦੇ ਮੈਂ ਤੇ ਗੁਨਾਵਾਂ ਦਾ ਭਰਿਆ, ਮੈਨੂੰ ਲੋਕੀ ਬਾਬਾ ਕਹਿੰਦੇ ਆ, ਲੋਕੀ ਮੈਨੂੰ ਫਕੀਰ ਕਹਿੰਦੇ, ਮੇਰੇ ਪੱਲੇ ਕੁਛ ਨਹੀਂ, ਮੈਂ ਤੇ ਪਾਪੀ ਐ। ਕਈ ਸੰਗਤ ਨਾ ਸ਼ਰਧਾ ਹੁੰਦੀ ਸਾਨੂੰ, ਗਿਆਨੀ ਜੀ ਬਾਬਾ ਜੀ ਤੁਸੀਂ ਧੰਨ ਹੋ, ਇਹ ਰੋਣ ਆ ਜਾਂਦਾ ਸੰਗਤ ਤੇ, ਨਹੀਂ ਅਸੀਂ ਪਾਪੀ ਆ, ਤੁਸੀਂ ਧੰਨ। ਜਿਹੜੇ ਨਿਸ਼ਕਾਮ ਹੋ ਕੇ ਗੁਰੂ ਘਰ ਆਉਂਦੇ, ਸੇਵਾ ਕਰਦੇ, ਕਿੰਨਾ ਡਰਦੇ। ਅਸੀਂ ਮਹਾਰਾਜ ਦੇ ਕੋਲ ਰਹਿ ਕੇ ਮਹਾਰਾਜ ਤੋਂ ਡਰਨਾ ਬੰਦ ਕਰੀ ਜਾਂਦੇ। ਅਸੀਂ ਆਪਣੀ ਰੋਟੀ ਦਾ ਸਿਲਸਿਲਾ ਜ਼ਿਆਦਾ ਬਣਾ ਲਿਆ, ਬਸ ਮਾਇਆ ਨਹੀਂ। ਤੇ ਕਈ ਵਾਰ ਮਨ ਭਰ ਜਾਂਦਾ ਵੀ ਸੰਗਤ ਸਾਨੂੰ ਹੀ ਮੱਥਾ ਟੇਕ ਦਿੰਦੀ, ਰੱਬ ਦਾ ਰੁਤਬਾ ਦੇ ਦਿੰਦੀ ਹੈ। ਤੇ ਉਸ ਵੇਲੇ ਬਾਬਾ ਫਰੀਦ ਸਾਹਿਬ ਜੀ ਅੰਦਰ ਦੀ ਗੱਲ ਕਰਦੇ, ਕਹਿੰਦੇ ਵੀ ਮੇਰੇ ਪੱਲੇ ਤਾਂ ਕੁਛ ਨਹੀਂ, ਮੈਂ ਗੁਨਾਹਾਂ ਐਬਾਂ ਦਾ ਭਰਿਆ ਏ, ਪਰ ਲੋਕ ਕਹੇ ਦਰਵੇਸ਼, ਲੋਕੀ ਮੈਨੂੰ ਫਕੀਰ ਕਹਿੰਦੇ ਐ, ਬਾਬਾ ਕਹਿੰਦੇ ਐ। ਤੇ ਬਾਬਾ ਫਰੀਦ ਸਾਹਿਬ ਜੀ ਚਲੇ ਗਏ ਦਰਿਆ ਦੇ ਕੰਢੇ, ਗੋਡੇ ਮੂਧੇ ਮਾਰ ਕੇ, ਹੱਥ ਖੜੇ ਕਰਕੇ ਖੁਦਾ ਦੇ ਅੱਗੇ ਤਰਲਾ ਲੈ ਕੇ ਕਹਿੰਦੇ, ਐ ਖੁਦਾਵੰਦ ਬਖਸ਼ੰਦੇ, ਐ ਖੁਦਾਵੰਦ ਬਖਸ਼ੰਦੇ, ਐ ਦਰਿਆਓ ਖੁਦਾਏ, ਐ ਖਵਾਜਾ ਖਿਜਰ, ਤੇਰੇ ਅੱਗੇ ਬੇਨਤੀ ਹੈ, ਕਾਹਤੋਂ ਗਰੀਬਾਂ ਨੂੰ ਤਬਾਹ ਕਰੀ ਜਾਣਾ। ਇਹਨਾਂ ਦੇ ਬੱਚੇ ਪਸ਼ੂ ਘਰ ਰੋੜ ਦਿੱਤੇ ਐ, ਛੱਡ ਦੇ ਖਹਿੜਾ। ਤੇ ਕਹਿੰਦੇ ਕੁਝ ਸਮੇਂ ਬਾਅਦ ਬਾਬਾ ਫਰੀਦ ਸਾਹਿਬ ਜੀ ਨੇ ਆਪਣੀ ਕੰਬਲੀ ਦੀ ਬੁੱਕਲ ਮਾਰੀ ਤੇ ਉੱਥੋਂ ਟੁਰ ਪਏ। ਉੱਥੋਂ ਸਿੱਧੇ ਟੁਰੇ, ਕਿਸੇ ਨਾਲ ਬੋਲੇ ਨਹੀਂ ਹੈ, ਆਪਣੀ ਕੁਟੀਆ ਝੁੱਗੀ ਦੇ ਵਿੱਚ, ਆਪਣੇ ਹੁਜਰੇ ਦੇ ਵਿੱਚ ਆ ਕਰਕੇ ਸੱਜ ਗਏ। ਤੇ ਜਿੰਨੇ ਵੀ ਉਹ ਨਗਰ ਵਾਲੇ ਸੀ, ਸੰਗਤ ਸੀ, ਉਹ ਮਗਰ ਆਏ, ਕਹਿੰਦੇ ਫਰੀਦ ਸਾਈਂ ਕੀ ਹੋਇਆ, ਤੁਸੀਂ ਵਾਪਸ ਆ ਗਏ, ਕੀ ਗੱਲ ਬਣੀ ਹੈ, ਕੁਝ ਬੋਲੇ ਨਹੀਂ। ਬਾਬਾ ਫਰੀਦ ਸਾਹਿਬ ਕਹਿੰਦੇ ਮੈਨੂੰ ਜਵਾਬ ਮਿਲ ਗਿਆ। ਕਹਿੰਦੇ ਸਾਨੂੰ ਤਾਂ ਦੱਸਿਆ ਨਹੀਂ। ਬਾਬਾ ਜੀ ਕਹਿੰਦੇ ਤੁਸੀਂ ਮੈਨੂੰ ਲੈ ਕੇ ਗਏ ਦਰਿਆ ਦੇ ਕੰਢੇ ਤੇ, ਅੱਜ ਵੀ ਕਈ ਇਲਾਕੇ ਦਰਿਆਈ ਹੈ, ਉੱਥੇ ਢਾਹ ਲੱਗਦੀ, 20-20 ਕਿੱਲੇ ਜ਼ਮੀਨ, 40-40 ਕਿੱਲੇ ਜ਼ਮੀਨ ਦਰਿਆ ਲੈ ਜਾਂਦਾ। ਉੱਥੇ ਲੋਕੀ ਨਿਆਜ਼ਾਂ ਦਿੰਦੇ, ਚੌਲ ਪਾਉਂਦੇ ਐ, ਦੀਵਾ ਜਗਾਉਂਦੇ, ਜਿੱਦਾਂ ਵੀ ਕੋਈ ਕਹਿੰਦਾ ਖੰਡ ਪਾਠ ਕਰਾਉਂਦੇ ਐ। ਤੋ ਬਾਬਾ ਫਰੀਦ ਸਾਹਿਬ ਜੀ ਕਹਿੰਦੇ ਮੈਂ ਬਾਤ ਪਾ ਆਇਆ ਏ। ਕਹਿੰਦੇ ਕੀ ਬਾਤ ਪਾਈ ਸਾਈਂ? ਕਹਿਣ ਲੱਗੇ ਮੈਂ ਪੁੱਛਿਆ ਸੀ, ਕੰਦੀ ਵਹਿਣ ਨਾ ਢਾਹੇ, ਤੌਬੀ ਲੇਖਾ ਦੇਵਣਾ, ਕਿ ਐ ਦਰਿਆ ਕਾਤੋਂ ਬੰਨੇ ਸੁੱਟੀ ਜਾਂਦਾ ਏ ਵਿੱਚ, ਵੜ ਵੜ ਕੇ ਗਰੀਬਾਂ ਨੂੰ ਤੰਗ ਕਰਦਾ, ਤੈਨੂੰ ਲੇਖਾ ਦੇਣਾ ਪੈਣਾ ਏ। ਕਹਿੰਦੇ ਉਸ ਖਵਾਜਾ ਖਿਜਰ ਨੇ, ਉਸ ਪਾਣੀ ਨੇ ਆਵਾਜ਼ ਦਿੱਤੀ, ਫਰੀਦਾ ਤੂੰ ਵੀ ਦਰਵੇਸ਼ ਅਤੇ ਮੈਂ ਵੀ ਦਰਵੇਸ਼,
ਤੂੰ ਵੀ ਖੁਦਾ ਦਾ ਤੇ ਮੈਂ ਵੀ, ਖੁਦਾ ਦਾ ਤੂੰ ਵੀ ਖੁਦਾ ਦੇ ਹੁਕਮ ਵਿੱਚ ਤੁਰਿਆ ਫਿਰਦਾ ਤੇ ਮੈਂ ਵੀ। ਖੁਦਾ ਦੇ ਹੁਕਮ ਜਿਹਨੂੰ ਮਹਾਰਾਜ ਜਪਜੀ ਸਾਹਿਬ ਚ ਕਹਿੰਦੇ ਹੁਕਮੈ ਅੰਦਰ ਸਭ ਕੋ, ਬਾਹਰ ਹੁਕਮ ਨ ਕੋਈ, ਨਾਨਕ ਹੁਕਮੈ ਜੇ ਬੁਝੈ। ਕਹੇ ਨ ਕੋਈ। ਕਹਿੰਦੇ ਸਾਰਾ ਕੁਝ ਹੁਕਮ 'ਚ ਹੀ ਹੋ ਰਿਹਾ। ਤੇ ਆ ਰੱਬ ਦਾ ਹੁਕਮ ਵੇਖ ਲਓ ਸਾਧ ਸੰਗਤ ਜੀ। ਆ 4-5 ਦਿਨ ਸੂਰਜ ਨਹੀਂ ਦਿਸਿਆ ਤੇ ਸਾਰੇ ਹੀ ਬਿਮਾਰ ਹੋ ਗਈ ਦੁਨੀਆ। ਖੰਘ ਰੇਸ਼ਾ ਛਾਤੀ ਰੋਕ ਗਈ ਹੈ। ਅਜੇ ਇੱਕ ਸਿਰਫ ਉਹਦਾ ਦੀਵਾ ਏ ਸੂਰਜ ਨਿੱਕਾ ਜਿਹਾ, ਤੇ ਉਹਨੇ 4 ਦਿਨ ਉਹਲੇ ਕੀ ਕਰਤਾ, ਪਰਲੋ ਲਿਆਤੀ। ਇਹਨੂੰ ਕਹਿੰਦੇ ਆ ਤੇਰੇ ਕਵਣ ਕਵਣ ਗੁਣ, ਕਹਿ ਕਹਿ ਗਾਵਾਂ ਤੂੰ ਸਾਹਿਬ ਗੁਣੀ। ਨਿਧਾਨਾ, ਸਤਿਗੁਰੂ ਤੇਰੀ ਕੁਦਰਤ ਤੋਂ ਵਾਰੇ ਜਾਵਾਂ, ਬਲਿਹਾਰੀ ਕੁਦਰਤ ਵਸਿਆ ਤੇਰਾ। ਅੰਤ ਨ ਜਾਈ ਲਖਿਆ। ਤਾਂ ਕਰਕੇ ਤੇਰੇ ਤੋਂ ਡਰ ਲੱਗਦਾ ਵੀ ਤੇਰੇ ਨਾਲ ਵਿਰੋਧ ਕਰ ਲੈਂਦੀ ਦੁਨੀਆ, ਪਰ ਤੇਰੇ ਤੋਂ ਵੱਡਾ ਕੋਈ ਨਹੀਂ ਹੈ। ਸਭਨਾ ਜੀਆਂ ਕਾ ਇੱਕ ਦਾਤਾ, ਸੋ ਮੈਂ ਵਿਸਰ ਨ ਜਾਈ। ਕਹਿੰਦੇ ਇਸ ਕਰਕੇ ਗਰੀਬ ਨਵਾਜ ਸਤਿਗੁਰੂ ਮਹਾਰਾਜ ਜੀ ਦੀ ਬਖਸ਼ਿਸ਼। ਬਾਬਾ ਫਰੀਦ ਸਾਹਿਬ ਜੀ ਕਹਿੰਦੇ ਅੱਗੋਂ ਖੁਦਾ ਦੇ ਇਸ ਦਰਿਆ ਨੇ ਮੈਨੂੰ ਬੇਨਤੀ ਕੀਤੀ, ਕਹਿੰਦੇ ਜਾ ਫਕੀਰਾ ਮੇਰੇ ਵੱਸ ਕੁਛ ਨਹੀਂ, ਮੈਂ ਵੀ ਉਧਰ ਨੂੰ ਹੀ ਵਗਦਾ ਜਿੱਧਰ ਨੂੰ ਮੈਨੂੰ ਹੁਕਮ ਹੁੰਦਾ ਹੈ। ਕੀ ਕਹਿੰਦਾ ਅੱਗੋਂ, ਜਿੱਧਰ ਰੱਬ ਰਜਾਈ ਵਹਿਣ ਤੇ ਦਾਊ ਗਉ ਕਰੇ। ਕਹਿੰਦੇ ਦਰਵੇਸ਼ ਜੀ ਮੈਂ ਵੀ ਆਪਣੀ ਮਰਜ਼ੀ ਨਾਲ ਨਹੀਂ ਚੱਲਦਾ, ਮੈਨੂੰ ਜਿੱਧਰ ਨੂੰ ਹੁਕਮ ਹੋ ਜਾਂਦਾ ਉਸ ਰੱਬ ਜੀ ਦਾ ਮੈਂ ਉਧਰ ਨੂੰ ਵਗਦਾ। ਅੱਜ ਵੀ ਦਰਿਆ ਗੋਇੰਦਵਾਲ ਤੋਂ ਕਿੱਥੇ ਵਗਣ ਦਿਆ, ਉਦੋਂ ਪਿੱਛੇ ਢਿਲਵਾਂ ਬਿਆਸ ਨੂੰ ਚੱਲ ਜੀਏ ਉਦੋਂ ਪਿੱਛੇ ਕਿੱਥੇ ਵਗਣ ਦਿਆ। ਇੱਧਰ ਹਰੀਕਿਆਂ ਵੱਲ ਨੂੰ ਕਿਧਰੋਂ ਕਿਧਰ ਨੂੰ ਏਦਾਂ ਕਰਕੇ ਕਿਤੇ 20 ਕਿਲੋਮੀਟਰ ਅੱਗੇ ਆ ਗਿਆ, ਕਿਤੇ 15 ਕਿਲੋਮੀਟਰ ਪਿੱਛੇ ਨੂੰ ਹੋ ਗਿਆ। ਇਹ ਦਰਿਆ ਸਿੱਧੇ ਨਹੀਂ ਵਗਦੇ, ਮੌਜ ਦੇ ਮਾਲਕ ਹੈ। ਹੁਣ ਇਹ ਆਸਾ ਦੀ ਵਾਰ ਚ ਪੜ੍ਹ ਕੇ ਗਏ ਭਾਈ ਸਾਹਿਬ ਜੀ, ਭੈ ਵਿੱਚ ਚੱਲੈ ਲੱਖ ਦਰਿਆਓ। ਕਹਿੰਦੇ ਭੈ ਵਿੱਚ ਸੂਰਜ, ਭੈ ਵਿੱਚ ਚੰਦ। ਇਹ ਵੀ ਰੱਬ ਦੇ ਭੈ ਚ ਹੀ ਲੁਕਿਆ ਖੜੋਤਾ, ਜਦੋਂ ਉਹਨੇ ਕੱਢਿਆ ਇਹਨੇ ਨਿਕਲ ਆਉਣਾ। ਭੈ ਵਿੱਚ ਸੂਰਜ ਭੈ ਵਿੱਚ ਚੰਦ, ਕੋਹ ਕਰੋੜੀ ਚਲਤ ਨ ਅੰਤ। ਭੈ ਵਿੱਚ ਸਿਧ ਬੁੱਧ ਸੁਰਨਾਥ, ਭੈ ਵਿੱਚ ਆਡਾਣਿਆ, ਆਕਾਸ਼। ਭੈ ਵਿੱਚ ਜੋਧ ਮਹਾਬਲ ਸੂਰ, ਭੈ ਵਿੱਚ ਆਵੈ ਜਾ ਸਗਲਿਆਂ ਭਉ ਲਿਖਿਆ ਸਿਰਲੇਖ। ਕਹਿੰਦੇ ਸਾਰਿਆਂ ਦੇ ਉੱਤੇ ਕਰਤੇ ਦਾ ਹੁਕਮ ਚੱਲਣ ਦਿਆ। ਜੇ ਦਾਸ ਕਥਾ ਕਰ ਰਿਹਾ ਮੈਂ ਥੋੜਾ ਕੁਛ ਬੋਲਦਾ, ਉਹ ਸਿਰ ਤੇ ਹੈ। ਜਦੋਂ ਹਟ ਗਿਆ ਉਦੋਂ ਡਿੱਗ ਪੈਣੀ ਸਰੀਰ ਦੀ ਲੋਥ। ਦੇ ਤੇਜਣ ਜੀ ਰਾਮ ਪਾਈਆ ਰਾਮ। ਇਹ ਘੋੜੀ ਹੈ ਸਰੀਰ ਇੱਕ, ਆਤਮਾ ਲਾੜਾ ਹੈ। ਘੋੜੀ ਨੇ ਬਾਹਰ ਰਹਿ ਜਾਣਾ, ਲਾੜਾ ਜਿੱਦਾਂ ਲਾਵਾਂ ਕਰਾਉਣ ਲਈ ਅੰਦਰ ਆ ਜਾਂਦਾ, ਘੋੜੀ ਥੋੜਾ ਅੰਦਰ ਆਉਂਦੀ ਮਾਰੇ ਕੋ। ਇਸੇ ਤਰ੍ਹਾਂ ਕਹਿੰਦੇ ਸਰੀਰ ਘੋੜੀ ਹੈ, ਇਸ ਘੋੜੀ ਨੇ ਦੁਨੀਆ ਤੇ ਰਹਿ ਜਾਣਾ ਤੇ ਲਾੜੇ ਨੇ ਲੇਖਾ ਜੋਖਾ ਲਾੜੇ ਦਾ ਹੀ ਹੋਣਾ। ਆਖੋ ਸਤਿਨਾਮ। ਕਿਉਂਕਿ ਘੋੜੀ ਸਿਰਫ ਲਿਆਉਣ ਵਾਸਤੇ ਸੀ, ਵਿਆਹ ਲਾੜੇ ਦਾ ਹੀ ਹੋਣਾ। ਜਿੰਦ ਸਰੀਰ ਜਿਹੜਾ ਇਹ ਘੋੜੀ ਹੈ, ਇਹਦੇ ਵਿੱਚ ਜਿਹੜੀ ਆਤਮਾ ਇਹ ਲਾੜਾ ਏ। ਆਤਮਾ ਅੱਗੇ ਨਿਕਲ ਜਾਂਦੀ ਹੈ, ਘੋੜੀ ਪਿੱਛੇ ਰਹਿ ਜਾਂਦੀ ਹੈ। ਉਸ ਘੋੜੀ ਨੂੰ ਲੋਕੀ ਲੱਕੜਾਂ ਤੇ ਲੋਈਆਂ ਪਾ ਕੇ ਘਿਓ ਪਾ ਕੇ ਉਹਦੇ ਕਦੀ ਐ ਨੂੰ ਲੱਤਾਂ ਕਰ ਦਿਓ, ਕਈ ਬੜਾ ਪਖੰਡ ਕਰਨਗੇ। ਇੱਧਰ ਨੂੰ ਮੂੰਹ ਕਰ ਦਿਓ, ਮੈਂ ਕਿਹਾ ਰਹਿਣ ਦਿਓ ਭਰਾਵਾ, ਬਾਣੀ ਵੀ ਸੁਣ ਲਿਆ ਕਰੋ ਕਿਤੇ। ਸਾਰੀ ਜ਼ਿੰਦਗੀ ਸੰਸਕਾਰ ਕਰਦਿਆਂ ਲੰਘੀ। ਮਾਰੇ ਕਹਿੰਦੇ ਜੇ ਮ੍ਰਿਤਕ ਕੋ ਚੰਦਨ ਚੜਾਈਐ ਤਾਂ ਮ੍ਰਿਤਕ ਕਾ ਕਿਆ ਕਰ। ਇੱਕ ਕਹਿੰਦਾ ਕਾਨਾ ਨਹੀਂ ਰੱਖਿਆ, ਉਹ ਕਹਿੰਦਾ ਸਿਰ ਚ ਮਾਰਨਾ। ਆਖੋ ਸਤਨਾਮ। ਵੀ ਤੂੰ ਕਾਨਾ ਕੀ ਕਰਨਾ? ਕਾਨਾ ਤਾਂ ਮੁਸਲਮਾਨ ਰੱਖਦੇ ਸੀ, ਕਿਉਂਕਿ ਉਹ ਬੋਡੀ ਦੀ ਲੰਬਾਈ ਮਿਣਦੇ ਸੀ ਵੀ ਇਹ 6.5 ਫੁੱਟ 6 ਫੁੱਟ ਉਹਨਾਂ ਟੋਆ ਪੁੱਟਦੇ ਸੀ ਵੀ ਪੂਰੇ ਦਾ ਪੂਰਾ ਮੁਰਦਾ ਵਿੱਚ ਪੈ ਜੇ। ਤੇ ਤੂੰ ਕਾਹਤੋਂ ਚੱਕੀ ਫਿਰਦਾ ਨਾਲ? ਜਿਉਂਦੇ ਨੂੰ ਤੂੰ ਚਾਹ ਨਹੀਂ ਪਿਆਈ, ਪਾਣੀ ਨਹੀਂ, ਹੁਣ ਤੂੰ ਘਿਓ ਵਾਲਾ ਡੱਬਾ ਲਈ ਫਿਰਦਾ। ਬਾਣੀ ਨੇ ਬਹੁਤ ਸਾਨੂੰ ਸਮਝਾਇਆ, ਪਰ ਆਖੇ ਕਿ ਨਹੀਂ ਕੋਈ ਲੱਗਦਾ। ਇੱਥੇ ਜਿਨ੍ਹਾਂ ਨੇ 25-25 ਸਾਲ ਨਿਤਨੇਮ ਕਰਦੇ ਉਹ ਵੀ ਡੱਬਾ ਚੱਕੀ ਫਿਰਦੇ ਮੜੀਆਂ। ਤੇ ਮਹਾਰਾਜ ਕਹਿੰਦੇ ਇੱਥੇ ਆ ਕੇ ਫੇਲ ਹੋ ਜਾਂਦੇ। ਆਖੋ ਸਤਿਨਾਮ। ਵੀ ਇਹ ਸਰੀਰ ਮਿੱਟੀ ਹੈ। ਗੁਰੂ ਗੋਬਿੰਦ ਸਿੰਘ ਦੇ ਪੁੱਤਾਂ ਤੇ ਖੱਫਣ ਨਹੀਂ ਪਿਆ, ਕੋਈ ਲੱਕੜਾਂ ਲਾਉਣ ਵਾਲਾ ਨਹੀਂ, ਕੋਈ ਘਿਓ ਪਾਉਣ ਵਾਲਾ ਨਹੀਂ, ਕੋਈ ਅਰਦਾਸ ਕਰਨ ਵਾਲਾ ਨਹੀਂ, ਕੋਈ ਹੈ ਸੀ ਉੱਥੇ। ਇਸ ਕਰਕੇ ਮਾਰੇ ਕਹਿੰਦੇ ਪਖੰਡ ਹੈ। ਜਦੋਂ ਲਾੜਾ ਹੀ ਉੱਠ ਗਿਆ ਤੇ ਘੋੜੀ ਦਾ ਸ਼ਿੰਗਾਰ ਕਿਹੜੇ ਕੰਮ ਦਾ? ਆਖੋ ਸਤਿਨਾਮ।
ਹੁਣ ਮੰਨ ਲਓ ਇੱਕ ਚੀਜ਼ ਹੈ ਨਾ ਵੀ ਜੇ ਲੜਕੀ ਜਾਂ ਲੜਕੇ ਦੋਵਾਂ ਚੋਂ ਇੱਕ ਜਾਣਾ ਦੌੜ ਜੇ ਤੇ ਵਿਆਹ ਕਿਹੜੇ ਕੰਮ ਦਾ? ਵਿਆਹ ਤੇ ਬੇਰਸੀ ਹੋ ਗਈ। ਹੁਣ ਜਦੋਂ ਆਤਮਾ ਹੀ ਦੌੜ ਗਈ, ਲਾੜਾ ਦੌੜ ਗਿਆ, ਤੇ ਘੋੜੀ ਸਜਾਈ ਕਿਹਦੇ ਵਾਸਤੇ ਹੈ? ਹੁਣ ਜਦੋਂ ਆਤਮਾ ਹੀ ਨਿਕਲ ਗਈ ਤੇ ਮਗਰੋਂ ਮਿੱਟੀ ਆ, ਉਹਨੂੰ ਪਖੰਡ ਕਰਨ ਦਾ ਕੋਈ ਫਾਇਦਾ ਨਹੀਂ। ਤੋ ਇਸ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਬਾਬਾ ਫਰੀਦ ਸਾਹਿਬ ਜੀ ਕਹਿੰਦੇ ਵਸ ਨਹੀਂ ਕਿਸੇ ਦੇ, ਜਿੱਧਰ ਰੱਬ ਖੇਡ ਖੇਡਦਾ ਦੁਨੀਆ ਖੇਡ ਰਹੀ ਹੈ। ਦੁੱਖਾਂ ਛੇਤੀ ਦੇ ਹੋ ਗਿਆ, ਸੂਲਾਂ ਛੇਤੀ ਰਾਤ। ਧੰਨ ਬਾਬਾ ਫਰੀਦ ਸਾਹਿਬ ਕਹਿੰਦੇ ਕਿੱਦਾਂ ਦੀ ਜ਼ਿੰਦਗੀ ਹੈ ਮਨੁੱਖ ਦੀ, ਦੁੱਖਾਂ ਦੇ ਸਦਕਾ ਦਿਨ ਲੰਘ ਜਾਂਦਾ, ਸਾਰਾ ਦਿਨ ਦੁੱਖਾਂ 'ਚ ਬਤੀਤ ਹੁੰਦਾ, ਫਿਰ ਰਾਤ ਆ ਜਾਂਦੀ ਹੈ, ਮੰਜਾ ਵੜ ਵੜ ਖਾਂਦਾ, ਕਦੇ ਇੱਧਰ ਨੂੰ ਪਾਸਾ ਮਾਰੀਦਾ, ਕਦੇ ਇੱਧਰ ਨੂੰ ਮਾਰੀਦਾ, ਕਦੇ ਉੱਠ ਕੇ ਬਹਿ ਜਾਈਦਾ, ਕਦੇ ਲੰਮੇ ਪੈ ਜਾਈਦਾ। ਇਹ ਦੁਖੀ ਬੰਦੇ ਦੀ ਅਵਸਥਾ ਦੱਸੀ ਆ। ਕਹਿੰਦੇ ਦਿਨ ਵੀ ਇੱਦਾਂ ਲੰਘ ਗਿਆ, ਰਾਤ ਸੂਲਾਂ ਦੇ ਵਿੱਚ ਬਤੀਤ ਹੋ ਗਈ। ਕਹਿੰਦੇ ਖੜਾ ਪੁਕਾਰੇ ਪਾਤਣੀ, ਕਹਿੰਦੇ ਪਰਮੇਸ਼ਰ ਮਲਾਹ ਬਣ ਕੇ ਆਵਾਜ਼ ਮਾਰਦਾ ਤੈਨੂੰ ਪੱਤਣ ਤੇ ਖੜੋਤਾ ਵੀ ਤੇਰੀ ਜ਼ਿੰਦਗੀ ਦਾ ਬੇੜਾ ਜਿਹੜਾ ਕਪਰਾਂ ਦੇ ਵਿੱਚ ਫਸ ਗਿਆ। ਆਖੋ ਸਤਿਨਾਮ। ਹੁਣ ਗੁਰੂ ਗ੍ਰੰਥ ਸਾਹਿਬ ਕੌਣ ਆ? ਮਲਾਹ। ਸਵੇਰ ਤੋਂ ਆਵਾਜ਼ਾਂ ਮਾਰਨ ਲੱਗ ਪੈਂਦੇ, ਆਵੋ ਸਿੱਖ ਸਤਿਗੁਰ ਕੇ ਪਿਆਰਿਓ। ਕਿੰਨੇ ਪਿਆਰ ਨਾਲ ਆਵਾਜ਼ ਮਾਰ ਕੇ ਕਹਿੰਦੇ ਗਾਵੋ ਸੱਚੀ ਬਾਣੀ। ਗੁਰੂ ਕਿੰਨੇ ਪਿਆਰ ਨਾਲ ਆਵਾਜ਼ ਮਾਰ ਕੇ ਕਹਿੰਦਾ ਅਵਰ ਕਾਜ ਤੇਰੇ। ਉਹ ਛੱਡ ਦੇ ਪੱਠੇ ਮੋਟਰ, ਛੱਡ ਦੇ ਮੰਜਾ, ਆ ਜਾ ਕਿਤੇ ਸੰਗਤ ਵਿੱਚ, ਛੱਡ ਦੇ ਬਿਜ਼ਨਸਮੈਨਾਂ ਵਾਲੇ ਕੰਮ, ਕਿਤੇ ਮੇਰੇ ਕੋ ਆ ਜਾਇਆ ਕਰ। ਇਹ ਕਹਿੰਦੇ ਪਾਤਣੀ, ਪੱਤਣ ਤੇ ਖੜੋਤਾ ਹੋਇਆ ਮਲਾਹ, ਆਵਾਜ਼ ਮਾਰ ਕੇ। ਕੀ ਜਿਹੜੇ ਸਿਆਣੇ ਮਲਾਹ ਹੁੰਦੇ ਨਾ, ਉਹ ਜਿਹੜਾ ਨਵਾਂ ਬੰਦਾ ਹੋਵੇ ਬੇੜੀ ਸਿੱਖਦਾ, ਉਹਨੂੰ ਕਹਿਣਗੇ ਵੀ ਇੱਥੋਂ ਕੋ ਬੇੜੀ ਛੱਡੀ, ਇੱਥੇ ਜਿਹੜੀ ਆਉਣ ਲੱਗੀ ਇੱਥੋਂ ਨਾ ਛੱਡੀ, ਕਿਉਂਕਿ ਅੱਗੇ ਕੱਪਰ ਪੈਂਦਾ ਏ। ਜੇ ਘੁੰਮਣ ਘੇਰੀ 'ਚ ਬੇੜਾ ਫਸ ਗਿਆ ਤੇ ਤੇਰੇ ਤੋਂ ਬੰਨੇ ਨਹੀਂ ਲੱਗਣਾ। ਉਦਾਹਰਨ ਲਈ ਦਰਿਆ ਦੇ ਕੰਢੇ ਦੀ, ਤੇ ਗੱਲਾਂ ਬਹੁਤ ਡੂੰਘੀਆਂ ਕਰ ਗਿਆ ਬਾਬਾ ਫਰੀਦ। ਕਹਿੰਦੇ ਹੁਣ ਦਰਿਆ ਕੀ ਹੈ? ਸੰਸਾਰ। ਤੇ ਇਸ ਦਰਿਆ ਦੇ ਵਿੱਚ ਸਾਡੀ ਜ਼ਿੰਦਗੀ ਦਾ ਬੇੜਾ, ਭਾਵ ਆਪਾਂ ਕੋਈ 20 ਸਾਲਾਂ ਦਾ, ਕੋਈ ਤੁਹਾਡੇ 'ਚ 50 ਦਾ, 10 30 ਦਾ, ਆਪਾਂ ਸਾਰੇ ਇਸ ਸਮੁੰਦਰ ਦੇ ਬੇੜੇ ਦੇ ਵਿੱਚ ਬੈਠੇ ਆ। ਤੇ ਜ਼ਿੰਦਗੀ ਇੱਦਾਂ ਇੱਦਾਂ ਡੋਲੇ ਖਾਂਦੀ, ਇੱਦਾਂ ਇੱਦਾਂ, ਕਦੇ ਵਿਆਹ ਆ ਜਾਂਦਾ, ਕਦੇ ਮਰਗ ਦਾ ਭੋਗ ਆ ਜਾਂਦਾ, ਕਦੇ ਖੁਸ਼ੀ ਆਉਂਦੀ, ਕਦੇ ਗਮੀ ਆਉਂਦੀ, ਕਦੇ ਗਰੀਬੀ ਆਉਂਦੀ, ਕਦੇ ਇਹ ਡੋਲੇ ਖਾਂਦਾ ਜ਼ਿੰਦਗੀ ਦਾ ਬੇੜਾ। ਇੱਕ ਦਿਨ ਉਹ ਵੀ ਸੀ ਜਦੋਂ ਸਾਈਕਲ ਨਹੀਂ ਸੀ ਕੋਲੇ, ਅੱਜ ਉਹਨੇ ਗੇੜਾ ਮਾਰਿਆ, ਗੱਡੀ 'ਚ ਬਿਠਾਤਾ, ਕੱਲ ਨੂੰ ਉਹਨੇ ਪਤਾ ਨਹੀਂ ਗੇੜਾ ਮਾਰਨਾ, ਗੱਡੀ 'ਚੋਂ ਲਾ ਕੇ ਬੋਰੀ ਤੇ ਬਾਹ ਦੇਣਾ। ਇਹ ਜ਼ਿੰਦਗੀ ਡੋਲੇ ਖਾ ਰਹੀ ਹੈ। ਤੋ ਇਸ ਕਰਕੇ ਬਾਬਾ ਫਰੀਦ ਸਾਹਿਬ ਜੀ ਕਹਿੰਦੇ ਖੜਾ ਪੁਕਾਰੇ ਪਾਤਣੀ, ਬੇੜਾ ਕਪਰਵਾਤ। ਕਹਿੰਦੇ ਐ ਮਨੁੱਖ, ਤੇਰੀ ਜ਼ਿੰਦਗੀ ਦਾ ਬੇੜਾ ਦੁੱਖਾਂ ਦੇ ਕੱਪਰਾਂ 'ਚ ਫਸ ਗਿਆ। ਉਹ ਕਿਹੜੇ ਕੱਪਰ ਹੈ? ਝੂਠ, ਨਿੰਦਿਆ, ਚੁਗਲੀ, ਈਰਖਾ, ਗਰੀਬੀ, ਅਮੀਰੀ, ਅੱਗਾ ਪਿੱਛਾ, ਇਹ ਕੱਪਰ ਹੈ। ਇਹਨਾਂ ਦੇ ਵਿੱਚ ਬੰਦਾ ਇੰਨਾ ਕੁ ਫਸ ਗਿਆ ਨਾ, ਨਿਤਨੇਮ ਕਰਕੇ ਵੀ ਨਿੰਦਿਆ ਨਹੀਂ ਛੱਡਦਾ, ਗੁਰੂ ਘਰ ਆ ਕੇ ਵੀ ਮਾੜੀਆਂ ਕਰਤੂਤਾਂ ਨਹੀਂ ਛੱਡਦਾ। ਤੇ ਉਹ ਕਹਿੰਦੇ ਪਾਤਣੀ ਗੁਰੂ ਆਵਾਜ਼ਾਂ ਮਾਰਦਾ, ਉਹ ਕੀ ਕਹਿੰਦਾ? ਕਹਿੰਦਾ ਖੜਾ ਪੁਕਾਰੇ ਪਾਤਣੀ। ਗੁਰੂ ਸਾਹਿਬ ਜੀ ਆਪਾਂ ਨੂੰ ਬਚਾਉਣ ਵਾਸਤੇ ਇੰਨੀ ਬਾਣੀ ਉਚਾਰ ਗਏ ਵੀ ਆ ਜਾਇਆ ਕਰ ਕਿਤੇ ਕਥਾ ਕੀਰਤਨ। ਤੂੰ ਬਹਿੰਦਾ ਹੀ ਨਹੀਂ, 2 ਮਿੰਟ ਤੋਂ ਵੱਧ ਨਹੀਂ ਕੋਈ ਅੱਜ ਬਹਿੰਦਾ ਗੁਰੂ ਕੋ। ਸਾਰੇ ਭੱਜਦੇ ਵਾਰ ਨੂੰ, ਤੇ ਕਰਮਾਂ ਵਾਲਾ ਹੀ ਬਹਿੰਦਾ। ਜਿਹੜਾ ਬਹਿ ਗਿਆ ਖਜ਼ਾਨਾ ਲੈ ਗਿਆ। ਤਾਂ ਹੀ ਮਾਰੇ ਕਹਿੰਦੇ ਥਿਰ ਕਰ ਬੈਸੋ ਹਰ ਜਨ ਪਿਆਰੇ, ਥਿਰ ਕਰ ਬੈਸੋ ਹਰ ਜਨ ਪਿਆਰੇ। ਥਿਰ ਕਰ ਬੈਸੋ ਹਰ ਜਨ ਪਿਆਰੇ, ਥਿਰ ਕਰ ਬੈਸੋ ਹਰ ਜਨ ਪਿਆਰੇ। ਸਤਿਗੁਰ ਤੁਮਰੇ ਕਾਜ ਸਵਾਰੇ, ਸਤਿਗੁਰ ਤੁਮਰੇ ਕਾਜ ਸਵਾਰੇ।
ਥਿਰ ਕਰ ਬੈਸੋ ਹਰ ਜਨ ਪਿਆਰੇ, ਥਿਰ ਕਰ ਬੈਸੋ ਹਰ ਜਨ ਪਿਆਰੇ। ਥਿਰ ਕਰ ਬੈਸੋ ਹਰ ਜਨ ਪਿਆਰੇ, ਥਿਰ ਕਰ ਬੈਸੋ ਹਰ ਜਨ ਪਿਆਰੇ। ਮਹਾਰਾਜ ਕਹਿੰਦੇ ਬਹਿ ਜਾ, ਇਹ ਥਿਰ ਘਰ ਹੈ, ਬਾਕੀ ਕੋਈ ਘਰ ਥਿਰ ਨਹੀਂ, ਸਭ ਹੌਲੀ ਹੌਲੀ ਟਹਿ ਜਾਣੇ, ਖਤਮ ਹੋ ਜਾਣੇ, ਪਰ ਆ ਗੁਰੂ ਅਰਜਨ ਸਾਹਿਬ ਦਾ ਘਰ ਥਿਰ ਆ। ਮਹਾਰਾਜ ਕਹਿੰਦੇ ਸ਼੍ਰੀ ਗੁਰੂ ਰਾਜ ਅਬ ਚਲ ਅਟਲ, ਆਦਿ ਪੁਰਖ ਫਰਮਾਇਓ ਇਹ ਗੁਰੂ ਸਾਹਿਬ ਦਾ ਤਖਤ ਜੁਗੋ ਜੁਗ ਰਹਿਣਾ, ਰਹਿੰਦੀ ਦੁਨੀਆ ਤੱਕ ਇਹ ਬਾਣੀ ਨੂੰ ਕੋਈ ਮਿਟਾਉਣ ਵਾਲਾ ਨਹੀਂ ਆਇਆ। ਆਪਣੇ ਵਰਗੇ ਕਈ ਕਥਾ ਕਰਕੇ ਸੁਣ ਕੇ ਚਲੇ ਗਏ, ਭੋਗ ਪੈ ਗਏ, ਪਰ ਬਾਣੀ ਏਦਾਂ ਹੀ ਰਹਿਣੀ। ਤਾਂ ਕਰਕੇ ਕਹਿੰਦੇ ਤੇਰਾ ਗੁਰੂ ਆਵਾਜ਼ਾਂ ਮਾਰਦਾ, ਓਏ ਭਾਈ ਆਪਣੇ ਆਪ ਨੂੰ ਬਚਾ ਲਾ ਇਹਨਾਂ ਦੁਨੀਆ ਦੇ ਕੱਪਰ ਵਿੱਚੋਂ। ਲੰਮੀ ਲੰਮੀ ਨਦੀ ਵਹੇ ਕੰਦੀ ਕੇ ਰਹੇ। ਕਹਿੰਦੇ ਦੁੱਖਾਂ ਦੀ ਨਦੀ ਆ ਨਾ ਜਿਹੜੀ, ਇਹ ਬੜੀ ਲੰਮੀ ਆ। ਕੰਦੀ ਕਹਿੰਦੇ ਕੰਢੇ ਨੂੰ। ਇਹ ਸਰੀਰ ਇੰਨਾ ਸੁਨੱਖਾ ਸੀ ਨਾ, ਪਰ ਇਹਨਾਂ ਵਕਾਰਾਂ ਦੀ ਨਦੀ ਨੇ ਥੋੜਾ ਥੋੜਾ ਭੋਰ ਭੋਰ ਕੇ ਹੁਣ ਤੀਲੇ ਵਰਗਾ ਕਰਤਾ। ਆਪਣੀਆਂ 20 ਸਾਲ ਪਹਿਲੀਆਂ ਫੋਟੋਆਂ ਵੇਖਿਓ, ਬੰਦਾ ਕਹਿੰਦਾ ਕਿਤੇ ਆ ਵੀ ਦਿਨ ਹੁੰਦੇ ਸੀ ਜਦੋਂ ਜਵਾਨੀ ਹੁੰਦੀ ਸੀ, ਬਚਪਨਾ ਹੁੰਦਾ ਸੀ। ਤੇ ਇਸ ਕਰਕੇ ਬਾਬਾ ਜੀ ਕਹਿੰਦੇ ਇਹ ਵਕਾਰਾਂ ਦੀ ਨਦੀ ਜਿਹੜੀ ਵਗ ਰਹੀ ਹੈ ਨਾ, ਇਹ ਥੋੜਾ ਥੋੜਾ ਬੰਦੇ ਦੇ ਸਰੀਰ ਨੂੰ ਰੋਜ਼ ਘੇਰੀ ਜਾਂਦੀ ਹੈ। ਪਤਾ ਨਹੀਂ ਲੱਗਦਾ, ਪਹਿਲਾਂ 1 ਤੌਲਾ ਆਇਆ, ਫਿਰ 2 ਆਏ, ਫਿਰ 3 ਆਏ, ਫਿਰ 5 ਆਏ, ਫਿਰ 15 ਆਏ, ਫਿਰ 20 ਆਏ, ਫਿਰ 25 ਆਏ। ਫਿਰ ਵਿਚਾਰੇ ਨੇ ਸੋਚਿਆ ਵੀ ਚੱਲ ਕਾਲਾ ਕੂਲਾ ਕਰਕੇ ਵੇਖ ਲਈਏ। ਉਹ ਕਈ ਲਾ ਲੈਂਦੇ ਨਾ ਪ੍ਰੋਗਰਾਮ ਜਿਹਾ। ਤੇ ਮੈਂ ਕਿਹਾ ਇਹ ਕਾਤੋਂ? ਕਹਿੰਦੇ ਬਾਬਾ ਬੁੱਢੇ ਹੀ ਹੁੰਦੇ ਜਾਂਦੇ ਆ। ਤੇ ਮੈਂ ਕਿਹਾ ਬਾਬਾ ਫਰੀਦ ਸਾਹਿਬ ਜੀ ਕਹਿੰਦੇ ਜੋਬਨ ਜਾਂਦੇ ਨਾ ਡਰਾਂ, ਜੇ ਸਹਿ ਪ੍ਰੀਤ ਨਾ ਜਾਏ। ਤੂੰ ਤੇ ਕਾਲੇ ਕਰ ਲੇਗਾ, ਪਰ ਜਿਹੜੇ ਪਿੱਛੋਂ ਚਿੱਟੇ ਉਹ ਤਾਂ ਨਹੀਂ ਹੋਣੇ। ਰੱਬ ਵੱਲੋਂ ਤਾਂ ਮੁੱਕਦਾ ਜਾ ਰਿਹਾ ਨਾ ਟਾਈਮ। ਇਸ ਕਰਕੇ ਮੇਰੇ ਸਾਈਂ ਜੀ ਕਹਿੰਦੇ ਕੰਧੀ ਕੇ ਰਹਿ। ਵੇਖ ਲਾ ਤੇਰੇ ਥੋੜੇ ਸਮੇਂ ਦੇ ਵਿੱਚ ਸਾਧ ਸੰਗਤ ਜੀ ਕਿੰਨੀਆਂ ਰੂਹਾਂ ਤੁਰ ਗਈਆਂ। ਭਾਈ ਸਾਹਿਬ ਸਿੰਘ ਦੇ ਪਿਤਾ ਜੀ ਚੱਲ ਵਸੇ ਹੈ, ਤੇ ਕਿੰਨੀਆਂ ਰੂਹਾਂ ਇੱਥੇ ਕੋਈ ਸੇਵਾ ਕਰਦਾ ਸੀ, ਕੋਈ ਜਲ ਪਾਉਂਦਾ ਸੀ, ਕੋਈ ਝਾੜੂ ਫੇਰਦਾ। ਹੌਲੀ ਹੌਲੀ ਕਰਕੇ ਸਭ ਤੁਰੇ ਜਾ ਰਹੇ ਹੈ। ਤੇ ਇਸ ਕਰਕੇ ਬਾਬਾ ਜੀ ਕਹਿੰਦੇ ਲੰਮੀ ਲੰਮੀ ਨਦੀ ਹੈ ਨਾ ਜਿਹੜੀ, ਥੋੜਾ ਥੋੜਾ ਕਰਕੇ ਤੈਨੂੰ ਰੋਜ਼ ਦਾ ਭੋਰ ਖਾ ਰਹੀ, ਪਰ ਤੈਨੂੰ ਪਤਾ ਨਹੀਂ ਲੱਗ ਰਿਹਾ। ਮਨ ਹੈਰਾਨੀ ਇਸ ਗੱਲ ਦੀ ਵੀ 1 ਸਾਲ ਉਮਰ ਘੱਟ ਗਈ ਤੇ ਭੰਗੜਾ ਪਾਉਣ ਦਿਆ। ਉਹ ਕਿਉਂ ਪਾਉਣ ਦਿਆ? ਕੇਕ ਕੱਟ ਕੇ ਪਾਲਟੀ, ਕਹਿੰਦਾ ਅੱਜ ਮੇਰਾ ਜਨਮ ਦਿਨ ਹੈ। ਉਹ ਕਹਿੰਦੇ ਤੈਨੂੰ ਚਾਹੀਦਾ ਸੀ ਅੱਜ ਰੋਣਾ ਵੀ ਤੇਰਾ 1 ਸਾਲ ਮੁੱਕ ਗਿਆ, ਤੂੰ ਭੰਗੜਾ ਪਾਉਣ ਦਿਆ ਕਮਲਿਆ। ਜਨਨੀ ਜਾਨਤ ਸੁਤ ਵੱਡਾ ਹੋਤ ਹੈ, ਇਤਨਾ ਕੂ ਨਾ ਜਾਣੈ ਜੇ ਦਿਨ ਦਿਨ ਅਵਧ ਘਟਤ ਹੈ। ਕਹਿੰਦੇ ਕਿੰਨੀ ਕਮਲੀ ਦੁਨੀਆ, ਉਮਰ ਘਟਣ ਦੀ ਤੇ ਨੱਚਣ ਦਿਆ। ਤੇ ਇਸ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਬਾਬਾ ਫਰੀਦ ਸਾਹਿਬ ਕਹਿੰਦੇ ਲੰਮੀ ਲੰਮੀ ਨਦੀ ਆ, ਥੋੜਾ ਥੋੜਾ ਰੋਜ਼ ਦਾ ਤੈਨੂੰ ਡੇਗ ਰਹੀ ਹੈ। ਕੱਪਰ ਕਿਆ ਕਰੇ ਜੇ ਪਾਤਨ ਰਹੇ ਸੁਚੇਤ। ਕਹਿੰਦੇ ਜਿਹੜਾ ਬੇੜਾ ਹੁੰਦਾ ਹੈ ਨਾ, ਬੇੜੇ ਦੇ ਵਿੱਚ ਕੋਈ ਬੈਠਾ ਹੋਵੇ ਨਾ, ਤੇ ਉਹਨੂੰ ਕੱਪਰ ਨੁਕਸਾਨ ਨਹੀਂ ਕਰ ਸਕਦਾ। ਕਿਉਂਕਿ ਜਿਹੜੇ ਦਰਿਆਈ ਇਲਾਕਿਆਂ 'ਚ ਰਹਿੰਦੇ ਦਾਸ ਵੀ ਰਿਹਾ ਏ, ਕੱਪਰ ਏਦਾਂ ਦੀ ਚੀਜ਼ ਹੈ, ਉਹਦੇ ਵਿੱਚ ਵੱਡੇ ਤੋਂ ਵੱਡਾ ਤਾਰੂ ਬੰਦਾ ਵੀ ਡੁੱਬ ਜਾਂਦਾ, ਕਿਉਂਕਿ ਉਹ ਨਿਕਲ ਨਹੀਂ ਦਿੰਦਾ, ਘੁਮਾਈ ਜਾਂਦਾ ਉੱਥੇ। ਪਰ ਮਹਾਰਾਜ ਕਹਿੰਦੇ ਬੇੜਾ ਜਿਹੜਾ ਹੈ ਇਹ ਤੇ ਕੱਪਰ ਦਾ ਕੋਈ ਅਸਰ ਨਹੀਂ। ਜੇ ਕੋਈ ਮਾਲਕ ਗੁਰੂ ਸਾਹਿਬ ਤੇਰੇ ਨਾਲ ਹੋਵੇ, ਭਾਵ ਇੱਥੇ ਤੇਰੀ ਜ਼ਿੰਦਗੀ ਦਾ ਬੇੜਾ ਦੁੱਖਾਂ ਦੇ ਦਰਿਆ 'ਚ ਪਿਆ। ਤੇ ਯਾਦ ਰੱਖੀ ਜਿੰਨਾ ਚਿਰ ਤੇਰਾ ਗੁਰੂ ਤੇਰੇ ਸਿਰ ਤੇ ਸਮਰੱਥ ਗੁਰੂ ਸਿਰ, ਜਿੰਨਾ ਚਿਰ ਗੁਰੂ ਅਰਜਨ ਸਾਹਿਬ ਬਾਪੂ ਦਾ ਸਿਰ ਤੇ ਹੱਥ ਹੈ, ਉਹ ਜਾ ਕੋਈ ਚਾਹਵੇ ਵੀ ਤੇਰਾ ਬੇੜਾ ਡੁਬਾਉਣਾ ਤੇ ਤਾਂ ਵੀ ਨਹੀਂ ਡੁਬਾ ਸਕਦਾ। ਮਾਰੇ ਸੱਚੇ ਪਾਤਸ਼ਾਹ ਦਾ ਹੱਥ ਹੋਵੇ। ਮੱਖਣ ਸ਼ਾਹ ਦਾ ਡੁੱਬਣ ਲੱਗਾ ਸੀ, ਕਹਿੰਦੇ ਪਾਤਸ਼ਾਹ ਅੱਜ 2 ਬੇੜੇ ਡੁੱਬਣੇ, ਇੱਕ ਤੇ ਮੇਰੇ ਸਮਾਨ ਵਾਲਾ, ਦੂਜਾ ਮੇਰੀ ਜ਼ਿੰਦਗੀ ਦਾ। ਅੱਜ ਦੋਵੇਂ ਬੇੜੇ ਬਾਪੂ ਕੱਢ ਦੇ, ਮੈਂ 500 ਮੋਹਰ ਚੜਾਵਾਂਗਾ। ਧੰਨ ਮੇਰੇ ਗੁਰੂ ਤੇਗ ਬਹਾਦਰ ਸਾਹਿਬ ਨੇ ਮੋਢਾ ਲਾ ਕੇ ਸਾਧ ਸੰਗਤ ਜੀ ਦੋਵੇਂ ਬੇੜੇ, ਜ਼ਿੰਦਗੀ ਦਾ ਬੇੜਾ ਵੀ ਤੇ ਸਮਾਨ ਦਾ ਬੇੜਾ ਵੀ,
ਅੱਜ ਵੀ ਆਪਣਾ ਗੁਰੂ ਸਾਹਿਬ ਦੇ ਅੱਗੇ ਤਰਲਾ ਹੀ ਹੈ, ਸਤਿਗੁਰੂ ਅਸੀਂ ਗਰੀਬ ਤੇਰੇ ਘਰ ਆ ਕੇ ਬਹਿਨੇ ਐ, ਤੇਰਾ ਜਸ ਸੁਣਦੇ ਸਾਡੀ ਜ਼ਿੰਦਗੀ ਦਾ ਬੇੜਾ ਬੰਨੇ ਲਾ ਦੇਵੀਂ। ਗੱਲੀ ਸੋ ਸੱਜਣ ਵੀ ਇੱਕ ਟੁੜੇਂਦੀ ਨਾਲ। ਫਰੀਦ ਸਾਹਿਬ ਕਹਿੰਦੇ ਗੱਲਾਂ ਵਾਲੇ 20 ਸੱਜਣ ਮਿਲ ਜਾਣਗੇ, ਪਰ ਤੇਰੇ ਨਾਲ ਨਿਭਣ ਵਾਲਾ ਤਾਂ ਇੱਕ ਵੀ ਨਹੀਂ ਦੀਦਾ। ਇਹ ਤਾਂ ਸਾਰੇ ਖਾਂਦੇ ਜਾ ਰਹੇ, ਜਿੰਨਾ ਚਿਰ ਟੇਬਲ ਸਜਾਵੇਂਗਾ, ਉੱਤੇ ਪਦਾਰਥ ਪਾਵੇਂਗਾ ਤੇ ਇਹਨਾਂ ਨੇ ਕੋਲੇ ਬਹਿਣਾ ਏ, ਪਰ ਜਿੱਦਣ ਤੇਰਾ ਸਮਾਂ ਜਾਣਦਾ ਆ, ਇੱਕ ਟੁੰਡੇਂਦੀ ਨਾਲ ਆ, ਇੱਕ ਵੀ ਇਹਨਾਂ ਚੋਂ ਤੇਰੇ ਨਾਲ ਨਹੀਂ ਜਾਵੇਗਾ। ਕਹਿੰਦੇ ਮਲੀ ਹੁੰਦੀ ਗੋਇਆਂ ਦੀ ਅੱਗ, ਜਿੱਦਾਂ ਕਹਿੰਦੇ ਗੋਇਆਂ ਦੀ ਅੱਗ ਧੁਖਦੀ ਰਹਿੰਦੀ ਨਾ, ਛੇਤੀ ਕਿਤੇ ਖਤਮ ਨਹੀਂ ਹੁੰਦੀ। ਤੋ ਇਸ ਕਰਕੇ ਆਪਾਂ ਵੀ ਸੰਸਕਾਰ ਦੇ ਵਿੱਚ ਪਾਥੀਆਂ ਪਾਈਆਂ ਨਾ, ਲੱਕੜ ਦੀ ਅੱਗ ਖਤਮ ਹੋ ਜਾਂਦੀ, ਪਾਥੀਆਂ ਦੀ ਅੱਗ ਨੂੰ ਫੁੱਲ ਚੁਣੀ ਦੇ ਪਾਣੀ ਪਾਉਣਾ ਪੈਂਦਾ। ਤੋ ਕਹਿੰਦੇ ਇਸ ਕਰਕੇ ਤੁਖਾਂ ਜਿਉ ਮਾਲੀ ਕਾਰਣ ਤਿਨਾ ਮਾਪਰੀ, ਕਹਿੰਦੇ ਜਿੰਨਾ ਭੈਣ ਭਰਾਵਾਂ ਸੱਜਣਾ ਕਰਕੇ ਦਿਨੇ ਰਾਤ ਖਾਵਦਾ ਰਿਹਾ, ਦਿਨੇ ਰਾਤ ਮਾੜੇ ਕੁਕਰਮ ਕਰਦਾ ਰਿਹਾ, ਅੱਜ ਮਿਲੀ ਵਾਂਗੂ ਧੁਖਦਾ ਹੈ। ਬਾਬਾ ਫਰੀਦ ਸਾਹਿਬ ਜੀ ਕਹਿੰਦੇ ਇਹ ਜਿਹੜਾ ਤਨ ਹੈ ਨਿਤ ਨਿਤ ਭੌਂਕਦਾ, ਆ ਵੀ ਚੀਜ਼ ਮਿਲ ਜੇ, ਆ ਵੀ ਮਿਲ ਜੇ, ਆ ਵੀ ਮਿਲ ਜੇ। ਕਹਿੰਦੇ ਹੋਰ ਇਹਦੀਆਂ ਮੰਗਾਂ ਵੱਧਦੀਆਂ ਤੇ ਰੋਜ਼ ਇਹਨੂੰ ਦੁਖੀ ਕਰਦੀਆਂ ਹਨ। ਔਰ ਕਹਿੰਦੇ ਹਨ ਇਹ ਪਦਾਰਥਾਂ ਦੀ ਭੁੱਖ ਤਾਂ ਖਤਮ ਹੀ ਨਹੀਂ ਹੁੰਦੀ, ਇਹ ਤਾਂ ਵੱਧਦੀ ਜਾਂਦੀ ਹੈ। ਜਿਵੇਂ ਜਿਵੇਂ ਕੰਨ ਸੁਣਦੇ ਆ, ਫਲਾਣੇ ਨੇ ਕੋਠੀ ਪਾ ਲਈ, ਫਲਾਣਾ ਬਾਹਰ ਚਲੇ ਗਿਆ, ਫਲਾਣੇ ਨੇ ਇਦਾਂ ਕਰ ਲਿਆ। ਬਾਬਾ ਜੀ ਕਹਿੰਦੇ ਕੰਨ ਸੁਣ ਸੁਣ ਕੇ ਉਧਰ ਨੂੰ ਹੀ ਤੁਰੇ ਜਾਂਦੇ। ਅੱਜ ਇਹੋ ਕੁਝ ਹੀ ਹੈ, ਸਾਰੇ ਵੇਖੋ ਵੇਖੀ ਇੱਕ ਦੂਜੇ ਦੇ ਮਗਰ, ਨਾ ਰੋਟੀ ਲੰਘਦੀ, ਨਾ ਨੀਂਦ ਆਉਂਦੀ, ਰੋਗ ਲੱਗੇ ਪਏ, ਪਤਾ ਨਹੀਂ ਕਦੋਂ ਭੋਗ ਪੈ ਜਾਣਾ, ਤੇ ਸਾਰੇ ਪਾਸੇ ਇਹੋ ਹੀ ਹਾਲ ਆ, ਹਾਏ ਹਾਏ ਹਾਏ। ਤੇ ਬਾਣੀ ਕੀ ਕਹਿੰਦੀ, ਪਾਪੀ ਪਾਪ ਕਮਾਵੰਦੇ ਕਰਦੇ ਹਾਏ। ਅੱਜ ਤੋਂ 70 ਸਾਲ ਪਹਿਲਾਂ ਕੋਈ ਕਿਸੇ ਨੂੰ ਪੁੱਛਦਾ ਸੀ ਨਾ ਕੀ ਹਾਲ ਜਹੇਦਾਰਾ, ਅੱਗੋਂ ਜਵਾਬ ਆਉਂਦਾ ਸੀ ਚੜ੍ਹਦੀ ਕਲਾ, ਬੜਾ ਹੀ ਦਿੱਤਾ ਰੱਬ ਨੇ ਮਿਹਰ ਆ। ਤੇ ਨਾਲ ਜਾਣਾ ਤੇ ਕਹਿਣਾ ਵੀ ਕੋਠਾ ਤੇ ਤੇਰਾ ਚੋਣ ਦਿਆ, ਮੰਜੀ ਤੇਰੀ ਟੁੱਟੀ ਪਈ ਆ, ਵਿਹੜਾ ਤੇਰਾ ਕੱਚਾ ਏ, ਤੇ ਤੂੰ ਕਹਿਣਾ ਬੜਾ ਹੀ ਦਿੱਤਾ, ਕਿੱਥੇ ਹੈ? ਅੱਜ ਪਿਆਰਿਓ ਸਭ ਕੁਝ ਦਿੱਤਾ, ਜਿਹਨੂੰ ਮਰਜ਼ੀ ਪੁੱਛ ਲਓ ਕੀ ਹਾਲ, ਕਹਿੰਦਾ ਭਰਾਵਾ ਪੁੱਛ ਕੋ ਨਾ, ਬੜੇ ਦੁਖੀ ਹੈ। ਉਹ ਸਮਾਂ ਵਧੀਆ ਸੀ ਕਿ ਅੱਜ ਵਧੀਆ ਸੀ? ਉਹਨਾਂ ਦੇ ਕੋਲ ਛੱਤ ਨਹੀਂ ਸੀ, ਕੱਪੜਾ ਨਹੀਂ ਸੀ, ਗੱਡੀ ਨਹੀਂ ਸੀ, ਪੱਕਾ ਘਰ ਨਹੀਂ ਸੀ, ਉਹ ਤਾਂ ਵੀ ਕਹਿੰਦੇ ਸੀ ਚੜ੍ਹਦੀ ਕਲਾ, ਬੜਾ ਦਿੱਤਾ ਰੱਬ ਨੇ। ਅੱਜ ਇੱਕ ਇੱਕ ਘਰ ਪੰਜਾਬ 'ਚ, ਇੱਕ ਬਾਹਰ ਬਣਾ ਲਿਆ ਜਾ ਕੇ, ਅਜੇ ਵੀ ਕਹਿੰਦਾ ਭਰਾਵਾ ਮੈਨੂੰ ਨਾ ਬੁਲਾ, ਮੈਂ ਠੀਕ ਨਹੀਂ। ਤੋ ਇੱਥੋਂ ਪਤਾ ਲੱਗਦਾ ਬਾਬਾ ਫਰੀਦ ਸਾਹਿਬ ਜੀ ਕਹਿੰਦੇ ਇਸ ਕਰਕੇ ਕੰਨੀ ਬੁੱਝੇ ਦੇ ਰਹਾ, ਮੈਂ ਤਾਂ ਕੰਨਾਂ ਦੇ ਅੱਗੇ ਹੱਥ ਰੱਖ ਲਏ, ਭਾਵ ਰੂੰ ਦੇ ਖੰਭੇ ਆਪਣੇ ਕੰਨਾਂ ਦੇ ਵਿੱਚ ਦੇ ਲਏ। ਜੇ ਬਚਣਾ ਸੱਚ, ਜੇ ਦੁਨੀਆ 'ਚ ਬਚਣਾ ਨਾ, ਆਪਣੇ ਕੰਨਾਂ ਦੇ ਵਿੱਚ ਬੁੱਝੇ ਦੇ ਲਓ। ਇਹ ਦੁਨੀਆ ਨਹੀਂ ਕਿਸੇ ਜਿੱਤੀ, ਵੇਖੋ ਵੇਖੀ ਜਿੱਦਾਂ ਹੀ ਹੁੰਦੀਆਂ, ਮੈਂ ਤੇਰੇ ਤੋਂ ਅੱਗੇ ਤੂੰ ਮੇਰੇ ਤੋਂ ਅੱਗੇ, ਜਿੱਦਾਂ ਇਲੈਕਸ਼ਨ ਦੇ ਵਿੱਚ ਨਹੀਂ ਸਰਕਾਰਾਂ ਕਰਦੀਆਂ, ਉਹ ਕੋਈ ਖੰਭੇ ਤੇ ਚੜਿਆ ਫਿਰਦਾ, ਕੋਈ ਨਾਲੀ 'ਚ ਵੜਿਆ ਫਿਰਦਾ, ਕੋਈ ਕੁਝ, ਇਹ ਤਾਂ ਹੁਣ ਹੀ ਕਰਦੇ, ਮੁੜ ਕੇ ਤਾਂ ਲੱਭਦੇ ਨਹੀਂ। ਇਸ ਕਰਕੇ ਇੱਕ ਦੂਜੇ ਦੀ ਰੀਸ ਨਾ, ਉਹ ਕਹਿੰਦਾ ਮੈਂ ਚੰਗਾ ਬਣਾ, ਉਹ ਕਹਿੰਦਾ ਮੈਂ, ਤੇ ਪਤਾ ਤੁਹਾਡਾ ਸਾਰਿਆਂ ਨੂੰ ਤੁਸੀਂ ਸਾਰੇ ਹੀ ਬਹੁਤ ਚੰਗੇ। ਜੇ ਤੁਸੀਂ ਪਹਿਲਾਂ ਹੀ ਚੰਗੇ ਹੁੰਦੇ ਤੇ ਪੰਜਾਬ ਕੱਖਾਂ ਤੋਂ ਹੌਲਾ ਨਹੀਂ ਸੀ ਹੋਣਾ। ਆ ਹੁਣ ਜਦੋਂ ਟਾਈਮ ਆ ਜਾਂਦਾ, ਜਿੰਨੀਆਂ ਵੀ ਪਾਰਟੀਆਂ ਸਾਰੇ ਹੀ ਆਪੋ ਆਪਣੇ ਨੂੰ ਇੱਦਾਂ ਪੇਸ਼ ਕਰ ਰਹੇ ਵੀ ਸਾਰਿਆਂ ਨਾਲ ਵੱਧ ਇਮਾਨਦਾਰ ਅਸੀਂ ਹਾਂ। ਜੇ ਕਿਤੇ ਸਾਰੇ ਸਾਲ ਵਿੱਚ ਪੂਰੇ 5 ਸਾਲ ਹੀ ਇਮਾਨਦਾਰੀ ਰੱਖਣ ਤੇ ਆਪੇ ਨਾ ਦੇਣ ਆਉਣ। ਇਸ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਦੀ ਬਾਣੀ 'ਚ ਕੋਈ ਚੀਜ਼ ਨਹੀਂ ਲੁਕੀ। ਮਹਾਰਾਜ ਕਹਿੰਦੇ ਬਾਜਾ ਜੇ ਬਚਿਆ ਜਾਂਦਾ, ਇਹ ਦੁਨੀਆ ਦੀ ਵਾਹ ਵਾਹ ਨੇ ਬੜਾ ਕੁਝ ਬਰਬਾਦ ਕਰਤਾ ਹੀ, ਤੇ ਤੂੰ ਆਪਣੇ ਕੰਨਾਂ 'ਚ ਬੁੱਝੇ ਦੇ ਦੇ, ਭਾਵ ਖੰਭੇ ਦੇ ਲਾ, ਕਿਸੇ ਦੀ ਸੁਣਨਾ ਨਾ ਕਿਸੇ ਦੀ ਕਰ, ਬਸ ਪ੍ਰਸ਼ਾਦਾ ਛਕ ਕੇ ਤੇ ਸਤਨਾਮ ਸ੍ਰੀ ਵਾਹਿਗੁਰੂ ਜਪ। ਜੇ ਬਚਣਾ, ਜੇ ਆਨੰਦ ਲੈਣਾ ਤੇ ਆਪਣੇ ਕੰਨਾਂ ਨੂੰ ਬੰਦ ਕਰ ਲੈ। ਰੱਬ ਖਜੂਰੀ ਪੱਕੀਆਂ, ਨਿਤ ਨਿਤ ਦੁਖੀਏ ਕੌਣ? ਨਹੀਂ ਭਾਈ, ਦੁਬਾਰਾ ਪੜੋ। ਫਰੀਦਾ ਰੱਬ ਖਜੂਰੀ ਪੱਕੀਆਂ,
ਮਾਖਿਆ ਨਹੀਂ ਬਹਾਨਾ। ਬਾਬਾ ਫਰੀਦ ਸਾਹਿਬ ਜੀ ਕਹਿੰਦੇ ਰੱਬ ਦੀਆਂ ਵੀ ਖਜੂਰਾਂ ਏਡੀਆਂ ਪੱਕੀਆਂ, ਕਰੇ ਤੇ ਕਰੇ ਕੀ, ਮਾਖੇ ਨਹੀਂ ਬਹਾਨ। ਕਹਿੰਦੇ ਵੀ ਉਹਨੇ ਨਦੀਆਂ ਵਹਾਤੀਆਂ ਸ਼ਹਿਦ ਦੀਆਂ। ਪਾਵੇ ਦੀ ਅਰਥ ਹੈ ਵੀ ਰੱਬ ਦੀਆਂ ਖਜੂਰਾਂ ਕੀ ਹੈ? ਪਦਾਰਥ। ਸ਼ਹਿਦ ਦੀਆਂ ਨਦੀਆਂ ਕੀ ਹੈ? ਨਿਤ ਨਵੀਆਂ ਚੀਜ਼ਾਂ ਖਾਣ ਵਾਲੀਆਂ, ਸੋਨਾ ਚਾਂਦੀ, ਕੱਪੜੇ, ਗਹਿਣੇ, ਇਹ ਜੋ ਵੀ ਰੱਬ ਦੇ, ਇਹਨਾਂ ਦੇ ਮਗਰ ਬੰਦੇ ਦਾ ਮਨ ਵੇਰ ਕੇ ਲੱਗ ਜਾਂਦਾ। ਕਿੰਨਾ ਵੀ ਬੰਦਾ ਨਿਤਨੇਮੀ ਸੇਵਾ, ਉਹ ਵੀ ਕਹਿੰਦਾ ਆਪਾਂ ਵੀ ਨੱਚ ਟੱਪ ਲਈਏ, 4 ਦਿਨ ਹੱਸ ਲਈਏ। ਤੇ ਬਾਬਾ ਫਰੀਦ ਸਾਹਿਬ ਕਹਿੰਦੇ ਫਰੀਦਾ ਰੱਬ ਖਜੂਰੀ ਪੱਕੀਆਂ। ਆ ਜਿਹੜੀਆਂ ਤੇਰੀਆਂ ਵਕਾਰਾਂ ਦੀਆਂ ਖਜੂਰਾਂ ਨਾ, ਜਿੱਦਾਂ ਮੇਰੇ ਨਾਲ ਦਾ ਸਾਥੀ ਕਿਰਾ ਕਹਿ ਦੂ ਵੀ ਟਾਈਮ ਨਾਲ ਹੀ ਬਾਬੇ ਬਣ ਗਿਆ, ਜੇ 4 ਸਾਲ ਖਾਣਾ ਪੀਣਾ ਸੀ ਵੀ ਥੋੜਾ ਜਿਹਾ ਭੰਗੜਾ ਭੁੰਗੜਾ ਪਾਉਂਦੇ, ਪੈਗ ਪੁੱਗ ਵਗੈਰਾ, ਨਸ਼ੇ ਪੱਤੇ। ਕਿਉਂਕਿ ਅੱਜ ਦੀ ਚੁਆਇਸ ਹੈ, ਅੱਜ ਦੀ ਜਵਾਨੀ, ਜਦੋਂ ਡਾਂਸਰ ਲੱਗੇ ਹੁੰਦੇ ਕਿੱਦਾਂ ਚਿਹਰੇ ਤੇ ਰੌਣਕ ਆਉਂਦੀ, ਤੇ ਜਦੋਂ ਕੀਰਤਨ ਹੁੰਦਾ ਉਦੋਂ ਤੇ BP ਲੋ ਹੋ ਜਾਂਦਾ। ਮਾਫ ਕਰਿਓ, ਜਦੋਂ ਪਤਾ ਨਾ ਕੀਰਤਨ ਕਥਾ ਹੋਣਾ ਘਰੇ, ਤੇ ਇਦਾਂ ਵੇਖਣਗੇ ਜਿੱਦਾਂ ਘਾਟਾ ਪਿਆ ਹੁੰਦਾ, ਦੁਖੀ ਦੁਖੀ ਜੇ ਬੈਠੇ ਹੁੰਦੇ ਸਾਰੇ ਵੀ ਕਿਹੜਾ ਵੇਲਾ ਹੋਵੇ ਬਾਬੇ ਹਟ ਜਾਣ। ਤੇ ਜਦੋਂ ਉੱਥੇ ਲੱਗਣਾ ਦੂਜਾ ਪ੍ਰੋਗਰਾਮ, ਉੱਥੇ ਐਨ ਸੈਂਟ ਸੁੰਟ ਪਾ ਕੇ ਵਧੀਆ, ਤੇ ਹਰ ਬੰਦੇ ਦਾ ਪੈਰ ਜਿਹਾ ਉੱਠਦਾ ਹੈ, ਬਾਬਾ ਵੀ ਅਗਲੀ ਕੁਰਸੀ ਤੇ ਬੈਠਾ ਹੁੰਦਾ। ਤੇ ਇੱਥੇ ਬਾਬਾ ਫਰੀਦ ਸਾਹਿਬ ਕਹਿੰਦੇ ਰੱਬ ਖਜੂਰੀ ਪੱਕੀਆਂ। ਰੱਬ ਦੀਆਂ ਖਜੂਰਾਂ ਹੀ ਏਦਾਂ ਦੀਆਂ, ਹਰ ਬੰਦੇ ਦਾ ਜੀ ਕਰਦਾ ਖਾਣ ਨੂੰ। ਕਹਿੰਦੇ ਮਾਖਿਆ ਨਹੀਂ ਬਹਾਨ, ਜਿਹੜੀ ਨਦੀ ਵਗਣ ਦੀ ਸ਼ਹਿਦ ਦੀ। ਹੁਣ ਆਪਣੇ ਕੋਲ ਸ਼ਹਿਦ ਦੀ ਨਦੀ ਹੋਵੇ ਤੇ ਆਪਾਂ ਕਹਿਣਾ ਹੀ ਆ ਵੀ ਚੌਂਚਾ ਛਕ ਲਈਏ ਆਪਾਂ ਵੀ। ਤੇ ਇਸ ਕਰਕੇ ਮਾਰੇ ਕਹਿੰਦੇ ਵਕਾਰਾਂ ਨੂੰ ਮਹਾਨਤਾ ਹੀ ਏਡੀ ਕੁ ਮਿਲ ਗਈ ਦੁਨੀਆ ਦੇ ਵਿੱਚ ਵੀ ਵੱਡੇ ਤੋਂ ਵੱਡੇ ਗਿਆਨੀ ਧਿਆਨੀ ਬਾਬੇ ਕੀ ਸਾਰੀ ਦੁਨੀਆ ਇਹਨਾਂ ਦਾ ਰਸ ਚਖਣਾ ਚਾਹੁੰਦੀ ਹੈ। ਕਹਿੰਦੇ ਪਦਾਰਥਾਂ ਦੇ ਰਸ ਦੇ ਵਿੱਚ ਇਹਦੇ ਦਿਨ ਨਿਕਲਦੇ ਜਾਂਦੇ ਆ, ਤੇ ਹੱਥ ਇਹਦਾ ਹੁਣ ਕਿਤੇ ਪੈਣਾ ਨਹੀਂ। ਉਮਰ ਹੱਥ ਪਵਨ ਵੀ, ਉਮਰ ਜਿਹੜੀ ਘਟਦੀ ਜਾ ਰਹੀ। ਅਜੇ ਵੀ ਕਹਿੰਦਾ ਵੀ ਛਕ ਲਈਏ ਅੰਮ੍ਰਿਤ, ਕਹਿੰਦਾ ਬਾਬਾ ਜੀ ਅਜੇ ਮਨ ਜਿਹਾ ਨਹੀਂ ਬਣਦਾ, ਅਜੇ ਥੋੜਾ ਜਿਹਾ ਹੋਰ ਸਮਾਂ ਦੇ ਦਿਓ ਮੈਨੂੰ। ਮੈਂ ਕਿਹਾ ਬਾਪੂ 17 ਦਾ ਤੇ ਹੋ ਗਿਆ, ਹੁਣ ਕਿੱਧਰ? ਨਹੀਂ 2 ਸਾਲ ਅਜੇ ਨਾ ਮਨ ਬਣਾ ਲਈਏ। ਉਹ ਬਾਬਾ ਫਰੀਦ ਸਾਹਿਬ ਅੱਜ ਵੇਖ ਲਓ ਭਾਈ, ਆਪਾਂ ਕੋਲੋਂ ਨਹੀਂ ਕੁਝ ਕਹਿ ਰਹੇ। ਬਾਬਾ ਜੀ ਕਹਿੰਦੇ ਜੋ ਜੋ ਵੰਝੈ ਡੀਹੜਾ ਸੋ ਉਮਰ ਹੱਥ ਪਵਨ ਵੀ। ਉਮਰ ਮੁੱਕਦੀ ਜਾਂਦੀ, ਇਹਦਾ ਰਸ ਨਹੀਂ ਮੁੱਕਣ ਦਿਆ। ਵੀ ਜੇ 50 ਸਾਲ ਖਾ ਪੀ ਕੇ ਨਹੀਂ ਤੈਨੂੰ ਤ੍ਰਿਪਤੀ ਆਈ, ਤੇ 2 ਸਾਲਾਂ 'ਚ ਆ ਜਾਊਗੀ। ਅਜੇ ਵੀ ਕਹਿੰਦਾ ਨਹੀਂ ਬਾਬਾ ਮਨ ਜਿਹਾ ਤੇ ਕਰਦਾ ਅਜੇ, ਪਰ ਪੂਰਾ ਨਹੀਂ ਕਰਦਾ। ਪੂਰਾ ਮਨ ਜਦੋਂ ਕਰੂ ਉਦੋਂ ਹੀ ਆਪਾਂ ਗੁਰੂ ਵਾਲੇ ਬਣਨਾ। ਮੈਂ ਕਿਹਾ ਉਹ ਨਾ ਹੋਵੇ ਕਿ ਉਦੋਂ ਚਿਰ ਨੂੰ 4 ਜਣੇ ਚੁੱਕ ਕੇ ਲੈ ਜਾਣ। ਉਹਦਾ ਵੀ ਬਚਨ ਕੀਤਾ ਹੈ। ਤਨ ਸੁੱਕਾ ਪਿੰਜਰ ਜੀਆਂ ਤਲੀਆਂ ਖੁੰਡੇ ਕਾਗ। ਬਾਬਾ ਫਰੀਦ ਸਾਹਿਬ ਕਹਿੰਦੇ ਤਨ ਸੁੱਕ ਗਿਆ, ਐਨ ਪਿੰਜਰ ਦਿਸਣ ਲੱਗ ਪਿਆ। ਹੁਣ ਭਾਵ ਸਰੀਰ ਇੰਨਾ ਵਡੇਰਾ ਹੋ ਗਿਆ, ਤਲੀਆਂ ਖੁੰਡੇ ਕਾਗ। ਹੁਣ ਤੇ ਕਹਿੰਦੇ ਕਾਂ ਵੀ ਚੁੰਝ ਮਾਰਦਾ ਆ ਕੇ, ਤੇ ਪਤਾ ਨਹੀਂ ਲੱਗਦਾ ਵੀ ਦੰਦੀ ਵੜਦਾ ਕਿ ਨਹੀਂ। ਭਾਵ ਬਜ਼ੁਰਗੀ ਆ ਗਈ। ਕਹਿੰਦੇ ਇੱਥੇ ਵਕਾਰਾਂ ਦੇ ਕਾਗ ਦੀ ਗੱਲ ਕੀਤੀ ਆ ਵੀ ਅੱਖਾਂ ਨੂੰ ਦੀਦਾ ਨਹੀਂ, ਕੰਨਾਂ ਨੂੰ ਸੁਣਦਾ ਨਹੀਂ, ਗੋਡਿਆਂ ਤੋਂ ਤੁਰਿਆ ਨਹੀਂ ਜਾਂਦਾ, ਤੇ ਅਜੇ ਵੀ ਮਾੜੇ ਬੰਨੇ ਚਸਕੇ ਲੈਂਦਾ। ਕਈ ਬਾਪੂ ਮੈਂ ਵੇਖਿਆ ਤੇ ਉਹ ਕਹਿਣਗੇ ਆਪਾਂ ਵੀ ਚੱਲਦੇ ਉੱਥੇ। ਮੈਂ ਕਿਹਾ ਵੀ ਆ ਜਾ ਕਿਤੇ ਬਾਣੀ ਸੁਣ ਲਾ। ਕਹਿੰਦੇ ਨਹੀਂ ਬੈਠਾ ਨਹੀਂ ਜਾਂਦਾ। ਤੂੰ ਇੱਥੇ ਬਾਬਾ ਫਰੀਦ ਸਾਹਿਬ ਕਹਿੰਦੇ ਵੀ ਅਜੇ ਸੋ ਰੱਬ ਨਾ ਵੜਿਓ। ਵੀ ਚਲੋ ਬੱਚੇ ਨੂੰ ਹੁੰਦਾ ਜਵਾਨੀ ਆਉਣੀ, ਜਵਾਨ ਨੂੰ ਹੁੰਦਾ ਅਧ ਖੜਾਉਣਾ, ਤੇ ਬਾਪੂ ਤੂੰ ਤੇ ਸਿਆਣਾ ਬਣ ਜਾ। ਕਹਿੰਦੇ ਵੇਲਾ ਅੱਖਾਂ ਰਹਿ ਗਈਆਂ, ਕੰਨ ਰਹਿ ਗਏ, ਗੋਡੇ ਰਹਿ ਗਏ, ਪਰ ਅਜੇ ਵੀ ਅੰਦਰਲਾ ਸ਼ੈਤਾਨ ਨਹੀਂ ਮਰਿਆ। ਅਜੇ ਸੋ ਰੱਬ ਨਾ ਵੜਿਓ ਦੇਖ ਬੰਦੇ ਕੇ ਭਾਗ। ਕਹਿੰਦੇ ਵੇਖ ਇਹਦੀ ਬਰਾਤ ਏਡੀ ਮਾੜੀ, ਹੁਣ ਤੇ ਐਨ ਸਿਖਰ ਤੇ ਚਲੇ ਗਿਆ ਸਰੀਰ। ਪਤਾ ਵਾ ਵੀ ਹੁਣ ਮੇਰਾ ਭੋਗ ਪਿਆ ਹੀ ਲੈ, ਅਜੇ ਵੀ ਨਹੀਂ ਗੁਰੂ ਨੂੰ ਮੰਨਦਾ। ਸੋ ਗੁਰੂ ਪਾਤਸ਼ਾਹ ਮਹਾਰਾਜ ਕਿਰਪਾ ਕਰਨ। 90 ਸ਼ਲੋਕਾਂ ਦੀ ਕਥਾ ਸੰਪੂਰਨ ਹੋਈ ਹੈ। ਬਾਬਾ ਫਰੀਦ ਸਾਹਿਬ ਦੇ ਅਗਾਧ ਬੋਧ ਬੋਲ ਆਪ ਜੀ ਨਾਲ ਸਾਂਝੇ ਕਰਦਿਆਂ, ਆਪ ਜੀ ਦੇ ਪ੍ਰੇਮ ਦੇ ਵਿੱਚ ਗੁਰੂ ਕੀ ਸੰਗਤ ਵਿਦਵਾਨ ਜਨ ਗੁਰੂ ਕੀ ਸੰਗਤ ਵਿੱਚ ਬੈਠ ਕੇ ਸੁਣਦੇ ਹੋ, ਮਾਫ ਕਰ ਦੇਣਾ ਬੱਚੇ ਆ, ਕਿਉਂਕਿ ਪੂਰੇ ਦੀ ਕਥਾ ਅਧੂਰੇ ਨਹੀਂ ਕਰ ਸਕਦੇ। ਸੋ ਗੁਰੂ ਪਾਤਸ਼ਾਹ ਮਹਾਰਾਜ ਜੀ ਦੀ ਨਦਰੇ ਰਹਿਮਤ ਹੈ। ਗੁਰੂ ਸਾਹਿਬ ਆਪ ਹੀ ਸਿਰ ਤੇ ਹੱਥ ਰੱਖਣ, ਕਿਉਂਕਿ ਗੁਰਬਾਣੀ ਅਗਾਧ ਬੋਧ ਹੈ। ਇਹਦੀ ਇਕੱਠ ਦੀ ਕਥਾ ਨਹੀਂ ਹੋ ਸਕਦੀ।
ਆਪ ਸੰਗਤਾਂ ਦੀ ਸੀਸ ਸਦਕਾ ਉਪਰਾਲਾ ਕਰਕੇ ਆਨੰਦ ਲੈ ਲਈਦਾ ਹੈ ਜੀ। ਆਓ ਪੜੀਏ। ਅਜੇ ਸੋ ਰੱਬ ਨਾ ਬੋੜਿਓ, ਅਜੇ ਸੋ ਰੱਬ ਨਾ ਬੋੜਿਓ, ਅਜੇ ਸੋ ਰੱਬ ਨਾ ਬੋੜਿਓ, ਅਜੇ ਸੋ ਰੱਬ ਨਾ ਬੋੜਿਓ। ਦੇਖ ਬੰਦੇ ਕੇ ਭਾਗ, ਦੇਖ ਬੰਦੇ ਕੇ ਭਾਗ, ਬੰਦੇ ਕੇ ਭਾਗ, ਦੇਖ ਬੰਦੇ ਕੇ ਭਾਗ, ਦੇਖ ਬੰਦੇ ਕੇ ਭਾਗ। ਫਰੀਦਾ ਦੇਖ ਬੰਦੇ ਕੇ ਭਾਗ, ਦੇਖ ਬੰਦੇ ਕੇ ਭਾਗ, ਫਰੀਦਾ ਦੇਖ ਬੰਦੇ ਕੇ ਭਾਗ। ਅਜੇ ਸੋ ਰੱਬ ਨ ਬੋੜਿਓ, ਅਜੇ ਸੋ ਰੱਬ ਨ ਬੋੜਿਓ, ਅਜੇ ਸੋ ਰੱਬ ਨਾ ਬੋੜਿਓ, ਅਜੇ ਸੋ ਰੱਬ ਨਾ ਬੋੜਿਓ। ਦੇਖ ਬੰਦੇ ਕੇ ਭਾਗ, 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 ਦੇਖ ਬੰਦੇ ਕੇ ਭਾਗ। ਅਜੈ ਸੋ ਰੱਬ ਨਾ ਬੋੜਿਓ, ਅਜੈ ਸੋ ਰੱਬ ਨਾ ਬੋੜਿਓ, ਅਜੇ ਸੋ ਰੱਬ ਨਾ ਬੋੜਿਓ, ਅਜੇ ਸੋ ਰੱਬ ਨਾ ਬੋੜਿਓ। ਬਾਬਾ ਫਰੀਦ ਸਾਹਿਬ ਕਹਿੰਦੇ 98 ਸਾਲਾਂ ਦਾ ਹੋ ਗਿਆ, ਅਜੇ ਵੀ ਕਿਤੇ ਤਰਸ ਨਹੀਂ ਆਉਂਦਾ ਕਿ ਹੁਣ ਹੀ ਗੁਰੂ ਵਾਲਾ ਬਣ ਜਾ, ਹੁਣ ਹੀ ਮੈਂ ਚੰਗੇ ਪਾਸੇ ਆ ਜਾ। ਅਜੇ ਵੀ ਬੈਠੇ ਨੂੰ ਕਹਿੰਦਾ ਆ ਜਾ ਉਧਰ ਨੂੰ ਚੱਲਦੇ ਆ। ਉਹ ਕਹਿੰਦਾ 2 ਮਿੰਟ ਕਥਾ ਸੁਣ ਲਈਏ ਬਾਣੀ, ਓਏ ਕਿਤੇ ਭਲਾ ਹੋ ਜੂ। ਕਹਿੰਦੇ ਨਹੀਂ, ਉਹ ਰੋਜ਼ ਸੁਣੀ ਦੀ, ਆ ਜਾ ਉੱਥੇ ਬਹਿਨੇ। ਕਈ ਬੰਦੇ ਮੈਂ ਵੇਖੇ ਆ ਸਿਆਣੇ ਸਿਆਣੇ ਹੋ ਕੇ ਵੀ, ਇੱਕ ਨਿੱਕਾ ਜਿਹਾ ਬੱਚਾ 5 ਦਿਨ ਗੁਰਦੁਆਰੇ ਲੈ ਆਓ, 5 ਸਾਲਾਂ ਦਾ ਬੱਚਾ 6ਵੇਂ ਦਿਨ ਕਹੂਗਾ ਦਾਦੂ ਗੁਰਦੁਆਰੇ ਜਾਣਾ। ਜੇ ਉਹਨੂੰ ਕਹਿਣਾ ਵੀ ਨਹੀਂ ਆਉਂਦਾ ਗੁਰਦੁਆਰਾ, ਕਹੂ ਗੁਰਦੁਆਰੇ, ਦਾਦੂ ਗੁਰਦੁਆਰੇ। ਉੱਥੇ ਨੰਦ ਲਾਲ ਜੀ ਕਲਮ ਚੁੱਕ ਕੇ ਲਿਖਦੇ, ਕਹਿੰਦੇ ਗਰ ਬਜ਼ੁਰਗੀ ਬਾਏ ਦਤ ਕੁਨ ਬੰਦਗੀ, ਵਰਨਾ ਆਖਰ ਮੇ ਕਸ਼ੀ ਸ਼ਰਮਿੰਦਗੀ। ਕਹਿੰਦੇ 5 ਸਾਲਾਂ ਦਾ ਬੱਚਾ ਕਹਿੰਦਾ ਦਾਦੂ ਗੁਰਦੁਆਰੇ, ਤੇ 75 ਸਾਲਾਂ ਦਾ ਬੁੜਾ ਕਹਿੰਦਾ ਕੁੜੀਓ ਫੜੋ ਇਹਨੂੰ, ਗੁਰਦੁਆਰੇ ਕੀ ਰੱਖਿਆ, ਖਾਣੇ ਪੀਣੇ ਕੁਛ ਆਖੋ ਸਭ ਕੀ ਬਣੂਗਾ। ਬਾਬਾ ਫਰੀਦ ਸਾਹਿਬ ਕਹਿੰਦੇ ਇੱਕ ਬੱਚਾ ਸਿਆਣਾ ਏ, ਉਹਨੂੰ ਕਿੰਨਾ ਪਿਆਰ ਹੈ, ਭਾਵੇਂ ਉਹ ਫੁੱਲੀਆਂ ਦੇ ਬਹਾਨੇ ਪ੍ਰਸ਼ਾਦ ਦੇ ਗੁਰਦੁਆਰੇ ਜਾਂਦਾ, ਉਹਨੂੰ ਚਾਅ ਹੈ ਕਿ ਮੈਨੂੰ ਦਾਦੂ ਗੁਰਦੁਆਰੇ ਲਿਜਾਵੇ। ਤੇ ਜਿਹੜਾ ਦਾਦੂ ਹੈ ਉਹ ਕਹਿੰਦਾ ਫੜੋ ਇਹਨੂੰ, ਇਹਨੇ ਸਤਾਇਆ ਏ। ਵੇਖੋ ਭਾਗ ਮਾੜੇ, ਕਹਿੰਦੇ ਬੱਚਾ ਜੁੜਦਾ ਹੀ ਤੇ ਜਿਹੜਾ ਬੁੱਢਾ ਉਹ ਜੁੜਨ ਨਹੀਂ ਦਿੰਦਾ। ਤੇ ਬਾਬੇ ਫਰੀਦ ਨੇ ਵੇਖ ਕੇ ਉਚਾਰਤਾ, ਕਹਿੰਦੇ ਅਜੈ ਸੋ ਰੱਬ ਨਾ ਬੋੜਿਓ, ਵੇਖ ਬੰਦੇ ਕੇ। ਕਹਿੰਦੇ ਵੇਖੋ ਕਿੱਡੀ ਮਾੜੀ ਬਰਾਤ ਹੈ, ਸਾਰੀ ਜ਼ਿੰਦਗੀ ਲੰਘੀ ਧੰਦਿਆਂ ਖਾਂਦਿਆਂ ਪੀਂਦਿਆਂ, ਅਜੇ ਵੀ ਨਹੀਂ ਸੁਧਰਨ ਦਿਆ। ਤੇ ਇਸ ਕਰਕੇ ਮਹਾਰਾਜ ਸਾਹਿਬ ਦਾ ਸ਼ੁਕਰ ਕਰੋ ਸੰਗਤੇ, ਜਿੰਨੇ ਵੀ ਤੁਸੀਂ ਬੈਠੇ ਹੋ ਨਾ, ਸਚਿਆਰ ਸਿੱਖ ਬੈਠੇ ਸਤਿਗੁਰ ਪਾਸ। ਸ਼ੁਕਰ ਹੀ ਕਰਿਆ ਕਰੋ। ਆਪਣੇ ਕੋਲ ਕੁਛ ਨਹੀਂ, ਇੰਨਾ ਹੀ ਸ਼ੁਕਰ ਹੈ ਗੁਰੂ ਸਾਹਿਬ ਤੂੰ ਸਾਨੂੰ ਆਪਣੀ ਗੋਦੀ ਚ ਬਹਾ ਲੈਣਾ, ਆਪਣੇ ਕੋਲ ਬਿਠਾ ਲੈਣਾ। ਇੱਥੇ ਕੱਖ ਨਹੀਂ ਹੈਗਾ, ਨਦੀ ਨਾਵ ਸੰਜੋਗ ਜਿਉ ਬੌਰ ਨਾ ਮਿਲ ਹੈ। ਇੱਕੋ ਅਰਦਾਸ ਕਰਿਆ ਕਰੋ, ਵਿਸਰ ਨਾਹੀ ਦਾਤਾਰ, ਆਪਣਾ ਨਾਮ ਲਿਓ, ਗੁਣ ਗਾਵਾਂ ਦਿਨ ਰਾਤ ਨਾਨਕ। ਮਹਾਰਾਜ ਮੈਨੂੰ ਨਾ ਭੁੱਲੀ ਨਾ ਭੁਲਾਈ, ਨਾ ਵਿਸਰੀ, ਨਾ ਵਿਸਾਰੀ, ਸਹੀ ਪਿਆਰੇ ਮੇਲੀ ਜਿਨ੍ਹਾਂ ਮਿਲਿਆ ਤੇਰਾ, ਨਾਮ ਚਿਤਾਰੇ। ਨਾਨਕ ਨਾਮ। ਚੜ੍ਹਦੀ ਕਲਾ ਤੇਰੇ ਭਾਣੇ, ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ, ਤੂ ਠਾਕੁਰ ਤੁਮ
ਆਪ ਪਿਤਾ ਸਗਲ ਸਮਗਰੀ ਤੁਮਰੇ ਸੂਤਰ ਧਾਰੀ ਤੁਮ ਤੇ ਹੋਏ ਸੁਭਾਗਿਆ ਕਾਰੀ ਤੁਮਰੀ ਗਤ ਨਿਤ